ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਇਤਿਹਾਸ ਦੇ ਉਹ ਪੰਨੇ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਹਾਂ ਜਿਨ੍ਹਾਂ ਨੇ ਕੌਮੀ ਕਾਇਆ ਕਲਪ ਕੀਤੀ। ਉਸ ਸਮੇਂ ਜਦੋਂ ਪਖੰਡਵਾਦ, ਡੇਰਾਵਾਦ, ਬਾਬਾਵਾਦ, ਪੁਜਾਰੀ ਮਹੰਤ ਸ਼੍ਰੇਣੀ ਔਰ ਵੇਲੇ ਦੀ ਹਕੂਮਤ ਸਿੱਖ ਸਿਧਾਂਤਾਂ ਨੂੰ ਮਲੀਆ ਮੇਟ ਕਰਨ ਦਾ ਯਤਨ ਕਰ ਰਹੀ ਸੀ, ਉਸ ਸਮੇਂ ਕੁਝ ਗੁਰੂ ਪਿਆਰਿਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਸੰਭਾਲਿਆ ਔਰ ਇੱਕ ਲਹਿਰ ਨੇ ਜਨਮ ਲਿਆ, ਜਿਸ ਲਹਿਰ ਦਾ ਜਨਮ ਸਿੰਘ ਸਭਾ ਲਹਿਰ ਰੱਖਿਆ ਗਿਆ। ਇਸ ਲਹਿਰ ਨੇ ਕੌਮ ਨੂੰ ਇੱਕ ਨਵੀਂ ਜੀਵਨ, ਨਵਾਂ ਰਸਤਾ, ਨਵਾਂ ਮਾਰਗਦਰਸ਼ਨ ਕੀਤਾ ਔਰ ਇਸ ਲਹਿਰ ਨੇ ਵਿੱਦਿਆ ਦੇ ਖੇਤਰ ਵਿੱਚ ਧਰਮ ਪ੍ਰਚਾਰ ਦੇ ਨਾਲ ਨਾਲ ਬਹੁਤ ਮਹਾਨ ਕਾਰਨਾਮੇ ਕੀਤੇ। ਇਸ ਸਿੰਘ ਸਭਾ ਲਹਿਰ ਦੇ ਇਤਿਹਾਸ ਨੂੰ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਵਿਚਾਰ ਰਹੇ ਹਾਂ। ਲਗਭਗ 4 ਹਫ਼ਤੇ ਪਹਿਲਾਂ ਹੋ ਚੁੱਕੇ ਹਨ। ਹਰ ਵੀਰਵਾਰ ਅਸੀਂ ਇਸ ਟੌਪਿਕ ਦੇ ਉੱਤੇ, ਇਸ ਵਿਸ਼ੇ ਦੇ ਉੱਤੇ ਵਿਚਾਰਾਂ ਕਰਦੇ ਹਾਂ। ਪਿਛਲੇ ਹਫ਼ਤੇ ਜੋ ਵਿਚਾਰ ਆਪ ਜੀ ਦੇ ਨਾਲ ਸਾਂਝੇ ਕੀਤੇ ਸੀ, ਦੀਵਾਨ ਲਾਹੌਰ ਖੁਰਸ਼ੀਦ ਖਾਲਸਾ ਇੱਕ ਪੁਸਤਕ ਜਿਹੜੀ ਸੀ, ਉਹਦਾ ਸਵਾਲ ਇੱਕ ਉੱਠ ਖੜਾ ਹੋਇਆ। ਉਸ ਦੇ ਲੇਖਕ ਬਾਬਾ ਨਿਹਾਲ ਸਿੰਘ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ 10 ਪਾਤਸ਼ਾਹੀਆਂ ਤੋਂ ਬਾਅਦ 12ਵੇਂ ਗੁਰੂ ਬਾਬਾ ਰਾਮ ਸਿੰਘ ਨਾਮਧਾਰੀ ਉਹੀ ਅਸਲ ਉਹਨਾਂ ਦੀ ਪੇਸ਼ੇਵਨਗੋਈ ਹੈ। ਗੁਰੂ ਸਾਹਿਬ ਜੀ ਦੀ ਇਹ ਪੇਸ਼ੇਵਨਗੋਈ ਹੈ, ਉਹਨਾਂ ਨੇ ਭਵਿੱਖਬਾਣੀ ਕੀਤੀ ਹੈ। ਤੇ ਦੂਸਰਾ ਮਹਾਰਾਜਾ ਦਲੀਪ ਸਿੰਘ ਦੇ ਪੰਜਾਬ ਦੇ ਬਾਦਸ਼ਾਹ ਬਣਨ ਦੀ ਉਹਨਾਂ ਨੇ ਤਾਇਦ ਕੀਤੀ ਸੀ, ਭਵਿੱਖਬਾਣੀ ਕੀਤੀ ਸੀ। ਇਹਨਾਂ ਦੋਸ਼ਾਂ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਖਾਲਸਾ ਪੰਥ ਚੋਂ ਛੇਕ ਦਿੱਤਾ। ਬਾਬਾ ਨਿਹਾਲ ਸਿੰਘ ਦੇ ਨਾਲ ਨਾਲ ਬਾਬਾ ਗੁਰਮੁਖ ਸਿੰਘ ਨੂੰ ਵੀ ਤਨਖਾਹੀਆ ਕਰਾਰ ਦਿੱਤਾ ਗਿਆ। ਬਾਬਾ ਨਿਹਾਲ ਸਿੰਘ ਦੀ ਮਾਫੀ ਦੀ ਫਿਰ ਅੱਗੋਂ ਚਰਚਾ ਹੁੰਦੀ ਹੈ, ਕਿਉਂਕਿ ਖਾਲਸਾ ਦੀਵਾਨ ਅੰਮ੍ਰਿਤਸਰ ਨੇ ਖੁਰਸ਼ੀਦ ਖਾਲਸਾ ਦੇ ਲੇਖਕ ਦੀ ਖੁੱਲ੍ਹ ਕੇ ਮਦਦ ਕੀਤੀ ਸੀ ਅਤੇ ਮਹਾਰਾਜਾ ਦਲੀਪ ਸਿੰਘ ਬਾਰੇ ਇੱਕ ਐਜੀਟੇਸ਼ਨ ਦੇ ਵਿੱਚ ਵੀ ਹਿੱਸਾ ਲਿਆ ਸੀ। ਇਸ ਲਈ ਉਸ ਦੇ ਕਰਮਚਾਰੀਆਂ ਉੱਤੇ ਸਰਕਾਰ ਦੀ ਜਿਹੜੀ ਨਿਗਾਹ ਹੋਣੀ ਕੁਦਰਤੀ ਗੱਲ ਸੀ। ਪਰ ਬਾਬਾ ਖੇਮ ਸਿੰਘ ਬੇਦੀ, ਜਿਵੇਂ ਮੈਂ ਪਿਛਲੇ ਹਫ਼ਤੇ ਜ਼ਿਕਰ ਕੀਤਾ ਸੀ, ਬਹੁਤ ਸਿਆਣੇ, ਦੂਰ ਅੰਦੇਸ਼ ਸਨ। ਕਮਜ਼ੋਰੀਆਂ ਆਪਣੇ ਆਪ ਨੂੰ ਗੁਰੂ ਅੰਸ਼ ਹੋਣ ਕਰਕੇ ਉਹਨਾਂ ਦੇ ਅੰਦਰ ਸਨ, ਪੂਜਾ ਕਰਾਉਂਦੇ ਸਨ, ਲੇਕਿਨ ਸ਼ਾਰਪ ਬ੍ਰੇਨ ਜੋ ਅਸੀਂ ਕਹਿੰਦੇ ਹਾਂ ਉਹ ਸਨ। ਉਹਨਾਂ ਨੇ ਮੀਟਿੰਗ ਬੁਲਾਈ, ਬਾਬਾ ਨਿਹਾਲ ਸਿੰਘ ਨੂੰ ਤਨਖਾਹੀਆ ਕਰਾਰ ਦੇ ਕੇ ਅੰਗਰੇਜ਼ੀ ਸਰਕਾਰ ਪਾਸੋਂ ਮਾਫੀ ਮੰਗਣ ਲਈ ਮਜਬੂਰ ਕੀਤਾ। ਇਹ ਉਹਨਾਂ ਦੀ ਇੱਕ ਸਿਆਣਪ ਸੀ, ਰਾਜਨੀਤਿਕ ਸਿਆਣਪ। ਬਾਬਾ ਖੇਮ ਸਿੰਘ ਬੇਦੀ ਨੇ ਦੂਜੇ ਧੜੇ ਉੱਤੇ ਜਾਂ ਲਾਹੌਰ ਧੜੇ ਉੱਤੇ ਕਾਬੂ ਪਾਉਣ ਲਈ ਇਹ ਮੌਕੇ ਦੇ ਉੱਤੇ ਸਿਆਣਪ ਨੂੰ ਵਰਤਿਆ ਵੀ ਕਿਸ ਤਰ੍ਹਾਂ ਹੁਕੂਮਤ ਦੇ ਨਜ਼ਰਾਂ ਤੋਂ ਬਚਿਆ ਜਾ ਸਕਦਾ ਹੈ। ਪਰ ਮੌਕੇ ਦਾ ਤਾਂ ਇਹ ਫਾਇਦਾ ਉਠਾ ਲਿਆ ਗਿਆ, ਪਰ ਅੰਦਰ ਈਰਖਾ ਤੇ ਵਿਰੋਧ ਦੀ ਅੱਗ ਧੁਖਣ ਲੱਗ ਪਈ। ਈਰਖਾ ਤੇ ਵਿਰੋਧ ਨੇ ਕੌਮ ਨੂੰ ਸ਼ੁਰੂ ਤੋਂ ਹੀ ਨੁਕਸਾਨ ਪਹੁੰਚਾਇਆ ਹੈ। ਜਦੋਂ ਕੋਈ ਧਰਮ ਪ੍ਰਚਾਰ ਦੇ ਖੇਤਰ ਵਿੱਚ ਵੀ ਅਗਾਂਹ ਨੂੰ ਕਦਮ ਪੁੱਟਦਾ ਹੈ ਤਾਂ ਸਾਡੇ ਆਪਣੇ ਹੀ ਉਹਦੀਆਂ ਲੱਤਾਂ ਖਿੱਚਣ ਨੂੰ ਤਿਆਰ ਬਰ ਤਿਆਰ ਬੈਠੇ ਹੁੰਦੇ ਹਨ। ਬਿਲਕੁਲ ਇਹੋ ਜਿਹੇ ਭਾਣਾ ਵਰਤਿਆ। ਭਾਈ ਗੁਰਮੁਖ ਸਿੰਘ ਜੀ, ਜਿਹੜੇ ਇਸ ਲਹਿਰ ਦੇ ਲਾਹੌਰ ਦਰਬਾਰ ਦੇ ਮੋਢੀਆਂ ਵਿੱਚੋਂ ਸਨ ਜਾਂ ਮੁਖੀਆਂ ਵਿੱਚੋਂ ਸਨ, ਉਹਨਾਂ ਦੇ ਵਿਰੁੱਧ ਕੋਈ ਨਾ ਕੋਈ ਬਹਾਨਾ ਜਾਂ ਦੋਸ਼ ਲੱਭਣ ਲੱਗ ਪਏ। ਕਹਿੰਦੇ ਨੇ ਹੌਲੀ ਹੌਲੀ ਜਿਹੜੀ ਉਹ ਗੋਹਿਆਂ ਦੀ ਅੱਗ ਧੁਖਦੀ ਹੈ, ਜਿਹਨੂੰ ਮਲੀਹ ਕਿਹਾ ਬਾਬਾ ਫਰੀਦ ਜੀ ਨੇ ਆਪਣੇ ਸਲੋਕਾਂ ਵਿੱਚ, ਉਹ ਜਦੋਂ ਚੂਰਾ ਬੁਰਾ ਜਿਹੜਾ ਅਖੀਰ ਤੋਂ ਦੀ ਅੱਗ ਜਿਹੜੀ ਧੁਖਦੀ ਰਹਿੰਦੀ ਹੈ,
ਇਹਨਾਂ ਦੋਨਾਂ ਧਿਰਾਂ ਦੇ ਵਿਚਕਾਰ ਉਹ ਅੱਗ ਧੁਖਣ ਲੱਗ ਪਈ ਵੀ ਬਦਲਾ ਕਿਵੇਂ ਲੈਣਾ ਹੈ। ਖਾਸ ਕਰਕੇ ਖੇਮ ਸਿੰਘ ਬੇਦੀ ਇਹਨਾਂ ਦੇ ਦਿਮਾਗ ਵਿੱਚ ਅਚਾਨਕ ਹੀ 2 ਸਾਲ ਦੇ ਪਿੱਛੋਂ 1887 ਦੇ ਵਿੱਚ ਸਰਦਾਰ ਠਾਕੁਰ ਸਿੰਘ ਸੰਧੇਵਾਲੀਆ ਜੋ ਇੰਗਲੈਂਡ ਤੋਂ ਵਾਪਸ ਆ ਕੇ ਪਾਂਡੀਚੇਰੀ ਪਹੁੰਚ ਚੁੱਕੇ ਸਨ ਚਲਾਣਾ ਕਰਕੇ, ਤੇ ਇਧਰ ਸਿੰਘ ਸਭਾ ਦੇ ਵੱਡੇ ਮੋਢੀ ਕੰਵਰ ਵਿਕਰਮ ਸਿੰਘ ਜੀ ਕਪੂਰਥਲਾ, ਉਹਨਾਂ ਦਾ ਵੀ ਦੇਹਾਂਤ ਹੋ ਗਿਆ, ਉਹਨਾਂ ਦਾ ਵੀ ਕਾਲ ਚਲਾਣਾ ਹੋ ਗਿਆ। ਇਸ ਤੋਂ ਬਿਨਾਂ ਸਿੰਘ ਸਭਾ ਲਾਹੌਰ ਦੇ ਮੁਖੀਆਂ ਵਿੱਚ ਵੀ ਆਪੋ ਵਿੱਚ ਫੁੱਟ ਪੈ ਗਈ। ਇਹ ਚੌਧਰ ਦੀ ਅੱਗ ਬੜੀ ਆਮ ਅੱਗ ਨਾਲੋਂ ਵੀ ਖਤਰਨਾਕ ਹੁੰਦੀ ਹੈ। ਜਦੋਂ ਚੌਧਰ ਦੀ ਅੱਗ ਅੰਦਰ ਬਲਦੀ ਹੈ, ਉਹਦੇ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਵੀ ਡੁੱਬ ਜਾਂਦੀਆਂ ਨੇ, ਵੱਡੀਆਂ ਵੱਡੀਆਂ ਸੰਸਥਾਵਾਂ ਵੀ ਡੁੱਬ ਜਾਂਦੀਆਂ ਹਨ। ਤੇ ਇਸ ਚੌਧਰ ਦੀ ਅੱਗ ਨੇ ਬਹੁਤ ਸਾਰੇ ਕੌਮੀ ਸਰਮਾਏ ਨੂੰ ਵਿਸਾੜ ਕੇ ਰੱਖਿਆ ਹੋਇਆ ਹੈ। ਬਿਲਕੁਲ ਇਸੇ ਤਰ੍ਹਾਂ ਹੀ ਇਹ ਚੌਧਰ ਦੀ ਅੱਗ ਨੇ ਲਾਹੌਰ ਦੇ ਮੁਖੀਆਂ ਵਿੱਚ ਵੀ ਆਪੋ ਵਿੱਚ ਫੁੱਟ ਪਾ ਦਿੱਤੀ। ਜਦੋਂ ਭਾਈ ਗੁਰਮੁਖ ਸਿੰਘ ਜੀ ਨੇ ਦੇਖਿਆ ਕਿ ਮੈਂ ਹੁਣ ਇਕੱਲਾ ਹੀ ਮੈਦਾਨ ਵਿੱਚ ਰਹਿ ਗਿਆ ਹਾਂ, ਤਾਂ ਅੰਮ੍ਰਿਤਸਰ ਜਿਹੜਾ ਧੜਾ ਸੀ ਉਹਨੇ ਸਮਝਿਆ ਕਿ ਹੁਣ ਮੌਕਾ ਹੈ, ਇਸ ਮੌਕੇ ਤੇ ਸੱਟ ਮਾਰਨੀ ਚਾਹੀਦੀ ਹੈ, ਲੋਹਾ ਗਰਮ ਹੈ, ਸੱਟ ਮਾਰ ਦੇਣੀ ਚਾਹੀਦੀ ਹੈ। ਤਾਂ ਉਹਨਾਂ ਨੇ ਇੱਕ ਇਸ਼ਤਿਹਾਰ ਛਾਪ ਕੇ ਵੰਡਿਆ, ਜਿਸ ਵਿੱਚ ਭਾਈ ਗੁਰਮੁਖ ਸਿੰਘ ਦੇ ਉੱਤੇ ਬਹੁਤ ਸਾਰੇ ਦੂਸ਼ਣ ਜਿਹੜੇ ਸੀ ਉਹ ਲਾਏ ਗਏ, ਇਲਜ਼ਾਮ ਲਾਏ ਗਏ। ਪਹਿਲਾ ਸੀ ਕਿ ਭਾਈ ਸਾਹਿਬ ਗੁਰੂਵੰਸ਼ ਸਾਹਿਬਜ਼ਾਦਿਆਂ ਦਾ, ਬੇਦੀਆਂ ਦਾ ਸਨਮਾਨ ਨਹੀਂ ਕਰਦੇ, ਆਪਣੇ ਆਪ ਨੂੰ ਗੁਰੂਵੰਸ਼ ਸਾਹਿਬਜ਼ਾਦੇ ਕਹਾਉਂਦੇ ਸਨ। ਦੂਸਰਾ ਸੀ ਕਿ ਭਾਈ ਸਾਹਿਬ ਜੀ ਜਨਮ ਸਾਖੀ ਭਾਈ ਬਾਲੇ ਵਾਲੀ ਉਹਦੇ ਵਿੱਚ ਸਮੇਰ ਪਰਬਤ ਦੀ ਨੂੰ ਝੂਠੀ ਕਲਪਨਾ ਮੰਨਦੇ ਹਨ। ਤੀਜਾ ਸੀ ਉਹ ਬਚਿੱਤਰ ਨਾਟਕ ਨੂੰ ਗੁਰਬਾਣੀ ਨਹੀਂ ਮੰਨਦੇ। ਚੌਥਾ 26 ਫਰਵਰੀ 1887 ਨੂੰ ਸਿੰਘ ਸਭਾ ਲਾਹੌਰ ਦੇ ਜਲਸੇ ਵਿੱਚ 24 ਅਵਤਾਰਾਂ ਦੀਆਂ ਤਸਵੀਰਾਂ ਲਗਾ ਕੇ ਉਹਨਾਂ ਦਾ ਖੰਡਨ ਇਹਨਾਂ ਨੇ ਕਿਉਂ ਕੀਤਾ, ਜੋ ਲਗਾਈਆਂ ਗਈਆਂ ਸਨ। ਬਾਬਾ ਗੁਰਮੁਖ ਸਿੰਘ ਨੇ ਤਸਵੀਰਾਂ ਦਾ ਖੰਡਨ ਕਿਉਂ ਕੀਤਾ? ਹਾਲਾਂਕਿ ਇਹ ਇਲਜ਼ਾਮ ਸਾਰੇ ਗੁਰਮਤ ਦੇ ਸਿਧਾਂਤਾਂ ਮੁਤਾਬਕ ਫਿੱਟ ਨਹੀਂ ਆਉਂਦੇ, ਪਰ ਮੌਕੇ ਦੇ ਉੱਤੇ ਸੱਟ ਮਾਰਨ ਲਈ ਇਲਜ਼ਾਮ ਲਾ ਦਿੱਤੇ ਗਏ। ਇਹ 'ਚੋਂ ਸੱਚੇ ਹੋਣ ਝੂਠੇ ਹੋਣ ਇਹਨਾਂ ਦੀ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ। ਫਿਰ ਇਹ ਕਹਿੰਦੇ ਸਨ ਇੱਕ ਹਿੰਦੂ ਤੋਂ ਮੁਸਲਮਾਨ ਬਣਿਆ ਹੋਇਆ ਇੱਕ ਵਿਅਕਤੀ ਸੀ, ਉਹਨੂੰ ਫਿਰ ਸਿੰਘ ਸਜਾ ਦਿੱਤਾ। ਜਦੋਂ ਉਹਨੇ ਸਿੰਘ ਬਣਨ ਦੀ ਬੇਨਤੀ ਕੀਤੀ ਤਾਂ ਉਹਨੂੰ ਅੰਮ੍ਰਿਤ ਪਾਨ ਕਰਾ ਕੇ ਇਹਨਾਂ ਨੇ ਸਿੰਘ ਕਿਉਂ ਸਜਾਇਆ? ਕਿਉਂਕਿ ਉਹ ਹਿੰਦੂ ਤੋਂ ਮੁਸਲਮਾਨ ਬਣ ਚੁੱਕਾ ਸੀ। ਭਾਈ ਸਾਹਿਬ ਨੇ ਖਾਲਸਾ ਅਖਬਾਰ ਦੇ ਇੱਕ ਪਰਚੇ ਵਿੱਚ ਲਿਖਿਆ ਕਿ ਗੁਰਦੁਆਰਿਆਂ ਵਿੱਚ ਸ਼ਸਤਰ ਪੂਜਾ ਦਾ ਰਿਵਾਜ ਉਹ ਹਿੰਦੂਆਂ ਦੀ ਦੇਖਾ ਦੇਖੀ ਸ਼ੁਰੂ ਹੋਇਆ। ਇਹ ਕਹਿੰਦੇ ਨੇ ਵਿਚਾਰ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਹਨ, ਗਲਤ ਹਨ। ਹਾਲਾਂਕਿ ਗੁਰਮਤ ਵਿੱਚ ਵਿਧਾਨ ਕੇਵਲ ਇੱਕ ਅਕਾਲ ਦੀ ਪੂਜਾ ਦਾ ਹੈ, ਸ਼ਸਤਰ ਪੂਜਾ ਦਾ ਵਿਧਾਨ ਨਹੀਂ ਹੈ। ਸ਼ਸਤਰ ਰੱਖਣਾ ਸਿੱਖੀ ਦਾ ਸਿਧਾਂਤ ਹੈ, ਸ਼ਸਤਰ ਦੀ ਪੂਜਾ ਸਿੱਖੀ ਸਿਧਾਂਤ ਨਹੀਂ ਹੈ। ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਸਿੱਖੀ ਸਿਧਾਂਤ ਹੈ। ਪਰ ਜਦੋਂ ਇਲਜ਼ਾਮ ਲਾਉਣੇ ਹੋਣ ਤਾਂ ਕੋਈ ਨਾ ਕੋਈ ਬਹਾਨੇ ਘੜ ਲਏ ਜਾਂਦੇ ਹਨ। ਇੱਕ ਇਲਜ਼ਾਮ ਹੋਰ ਲਾਇਆ ਕਿ ਜਿੰਨਾ ਚਿਰ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਾ ਬੈਠੇ, ਉਹਨਾਂ ਚਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੀ ਨਹੀਂ ਮੰਨਦੇ। ਹਾਲਾਂਕਿ ਸਰਾਸਰ ਇਹ ਗੱਲ ਵੀ ਝੂਠੀ ਤੇ ਮਨੋਕਲਪਤ ਸੀ। ਇਹਨਾਂ ਇਲਜ਼ਾਮਾਂ ਦੇ ਲਈ ਫਰੀਦਕੋਟ ਦੇ ਵਿੱਚ ਇੱਕ ਇਕੱਠ ਸੱਦਿਆ ਗਿਆ। ਇਹਨਾਂ ਦੋਸ਼ਾਂ ਤੇ ਵਿਚਾਰ ਕਰਨ ਦੇ ਲਈ ਸਿੰਘ ਸਭਾ, ਸ਼੍ਰੀ ਗੁਰੂ ਸਿੰਘ ਸਭਾ ਫਰੀਦਕੋਟ ਦੀ ਇਕੱਤਰਤਾ ਹੋਈ। ਇੱਥੇ ਗਿਆਨੀ ਬਚਨ ਸਿੰਘ ਜੀ ਫਰੀਦਕੋਟੀ, ਬਾਬਾ ਖੇਮ ਸਿੰਘ ਜੀ ਬੇਦੀ, ਬਾਬਾ ਨਿਹਾਲ ਸਿੰਘ ਜੀ ਲੇਖਕ ਖੁਰਸ਼ੀਦ ਖਾਲਸਾ ਪੁਸਤਕ ਜਿਨ੍ਹਾਂ ਨੂੰ ਤਨਖਾਹ ਲਾਈ ਗਈ ਸੀ, ਉਹਨਾਂ ਦੇ ਭਰਾ ਬਾਬਾ ਸੁਰਮੁਖ ਸਿੰਘ ਬੜੇ ਵੱਧ ਚੜ੍ਹ ਕੇ ਗਰਮਜੋਸ਼ੀ ਦੇ ਨਾਲ ਇਸ ਮੀਟਿੰਗ ਨੂੰ ਸਫਲ ਕਰਨ ਵਿੱਚ ਹਿੱਸਾ ਲਿਆ। ਇਹ ਵਿਸ਼ੇਸ਼ ਇਕੱਤਰਤਾ ਜਾਂ ਵਿਸ਼ੇਸ਼ ਇਕੱਠ ਜਿਸ ਵਿੱਚ ਸ਼ਾਮਲ ਹੋਣ ਲਈ ਲਾਹੌਰ ਤੇ ਅੰਮ੍ਰਿਤਸਰ ਦੀਆਂ ਸਿੰਘ ਸਭਾਵਾਂ ਨੂੰ ਵੀ ਸੱਦੇ ਪੱਤਰ ਭੇਜੇ ਗਏ, ਪਰ ਲਾਹੌਰ ਤੋਂ ਤਾਂ ਕੋਈ ਇਹਦੇ ਵਿੱਚ ਸ਼ਾਮਲ ਨਾ ਹੋਇਆ। ਲਾਹੌਰ ਦੀ ਸਿੰਘ ਸਭਾ ਦੇ ਵਿੱਚੋਂ ਤਾਂ ਇਹਦੇ ਵਿੱਚ ਕੋਈ ਵੀ ਸ਼ਾਮਲ ਨਾ ਹੋਇਆ, ਪਰ ਅੰਮ੍ਰਿਤਸਰ ਦੀ ਸਿੰਘ ਸਭਾ ਦੇ ਸਾਰੇ ਮੁਖੀ ਇਸ ਇਕੱਤਰਤਾ ਦੇ ਵਿੱਚ ਪਹੁੰਚ ਗਏ, ਕਿਉਂਕਿ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦੇ ਸਨ।
ਜਦੋਂ ਇਹ ਮੀਟਿੰਗ ਹੋਈ ਤਾਂ ਇਹਦੇ 'ਚ ਇੱਕ ਫੈਸਲਾ ਕੀਤਾ ਗਿਆ ਕਿ ਭਾਈ ਗੁਰਮੁਖ ਸਿੰਘ ਜਿੰਨਾ ਚਿਰ ਆਪਣਾ ਪਿਛਲਾ ਜੋ ਉੱਪਰ ਆਪਾਂ ਪਿਛਲੇ ਗੁਨਾਹ ਆਪਣੇ ਜੋ ਉਹਨਾਂ ਤੇ ਇਲਜ਼ਾਮ ਲਾਏ ਗਏ ਹਨ ਉਹਨਾਂ ਨੂੰ ਬਖਸ਼ਾ ਨਹੀਂ ਲੈਂਦੇ, ਉਹਨਾਂ ਚਿਰ ਉਹ ਖਾਲਸਾ ਪੰਥ ਤੋਂ ਲੱਗ ਰਹਿਣਗੇ। ਭਾਵ ਤਨਖਾਹ ਲਾ ਦਿੱਤੀ ਗਈ ਵੀ ਜਿੰਨਾ ਚਿਰ ਇਹ ਜਿਹੜੀਆਂ ਗਲਤੀਆਂ ਅਸੀਂ ਉਹਨਾਂ ਦੇ ਇਲਜ਼ਾਮ ਲਾਏ ਹਨ ਇਹਨਾਂ ਦਾ ਮਾਫੀ ਨਹੀਂ ਮੰਗ ਲੈਂਦੇ, ਸਪਸ਼ਟੀਕਰਨ ਨਹੀਂ ਮੰਗਿਆ। ਜ਼ੋਰਾਂਵਾਰਾਂ ਦਾ ਧੱਕੀ ਵੀ 100 ਦੇ ਕਹਿੰਦੇ ਕਹਾਵਤ ਹੈ ਵੀ ਸਪਸ਼ਟੀਕਰਨ ਲੈਣ ਦੀ ਬਜਾਏ ਜਾਂ ਕੋਈ ਜਵਾਬ ਲੈਣ ਦੀ ਬਜਾਏ ਸਿੱਧਾ ਦੋਸ਼ੀ ਕਰਾਰ ਦੇ ਕੇ ਇਹ ਗੱਲ ਕਹਤੀ ਇਹਨਾਂ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗੇ ਗੁਰਮੁਖ ਸਿੰਘ। ਜੇ ਨਹੀਂ ਮੰਗਦਾ ਤਾਂ ਪੰਥ ਤੋਂ ਵੱਖਰਾ ਹੋ ਜਾਏ, ਉਹਨੂੰ ਅਲੱਗ ਰੱਖਿਆ ਜਾਏ। ਇਸ ਫੈਸਲੇ ਦੇ ਉੱਤੇ ਫਰੀਦਕੋਟ ਦੇ ਰਾਜਾ ਤੋਂ ਲੈ ਕੇ ਵੱਡੇ ਛੋਟੇ ਸੰਤਾਂ ਮਹੰਤਾਂ ਨੇ ਸਾਰਿਆਂ ਨੇ ਦਸਤਖਤ ਕੀਤੇ ਤੇ ਪਿੱਛੋਂ ਦੇਖਾ ਦੇਖੀ ਇਹ ਵੱਡੀ ਸਭਾ ਦੀ ਜਿਹੜੀ ਮਨਜ਼ੂਰੀ ਸੀ ਅੰਮ੍ਰਿਤਸਰ ਵਾਸਤੇ ਉਹਦੇ ਕੋਲ ਵੀ ਭੇਜ ਦਿੱਤਾ ਗਿਆ, ਜਿਹੜਾ ਅੰਮ੍ਰਿਤ ਸਿੰਘ ਸਭਾ ਅੰਮ੍ਰਿਤਸਰ ਦੀ ਗੱਲ ਅਸੀਂ ਕਰਦੇ ਹਾਂ। ਇਸ ਤੋਂ ਬਾਅਦ ਭਾਈ ਗੁਰਮੁਖ ਸਿੰਘ ਨੂੰ ਅਕਾਲ ਤਖਤ ਤੋਂ ਵੀ ਛੇਕਿਆ ਜਾਂਦਾ ਹੈ। ਆਪ ਜੀ ਨੂੰ ਜੇ ਥੋੜਾ ਜਿਹਾ ਗਿਆਨ ਹੋਵੇ, ਲਗਭਗ 100 ਸਾਲ ਤੋਂ ਬਾਅਦ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਉੱਤੇ ਸੀ ਜਥੇਦਾਰ ਦੀ ਸੇਵਾ ਨਿਭਾ ਰਹੇ ਸਨ, ਯਾਨੀ ਕੇਵਲ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਨਿਭਾ ਰਹੇ ਸਨ, ਉਸ ਸਮੇਂ ਇਹ ਭਾਈ ਗੁਰਮੁਖ ਸਿੰਘ ਜੀ ਨੂੰ ਉਹਨਾਂ ਦੇ ਚਲਾਣੇ ਤੋਂ ਬਾਅਦ ਅਕਾਲ ਤਖਤ ਵੱਲੋਂ ਬਖਸ਼ ਦਿੱਤਾ ਗਿਆ। ਭਾਵ ਉਹਨਾਂ ਦੇ ਜਿਹੜੇ ਕੀਤੇ ਹੋਏ ਜਾਂ ਛੇਕਿਆ ਹੋਇਆ ਸੀ ਉਹ ਹੁਕਮ ਵਾਪਸ ਲੈ ਲਿਆ ਗਿਆ। ਇਹ ਲਗਭਗ ਉਹਨਾਂ ਦੇ ਚਲਾਣੇ ਤੋਂ ਬਾਅਦ ਕੌਮੀ ਹਾਲਤ ਸਾਡੇ ਕੁਛ ਇਸ ਤਰ੍ਹਾਂ ਦੇ ਹਨ। ਖੈਰ, ਵੱਡੀ ਸਭਾ ਜਿਹੜੀ ਖਾਲਸਾ ਦੀਵਾਨ ਅੰਮ੍ਰਿਤਸਰ ਜਿਹਨੂੰ ਅਸੀਂ ਕਹਿੰਦੇ ਉਹਨੂੰ ਵੱਡੀ ਸਭਾ ਕਿਹਾ ਜਾਂਦਾ ਸੀ, ਅੰਮ੍ਰਿਤਸਰ ਵਿੱਚ ਵੀ ਇਹਦੇ ਬੜੇ ਸਪੋਰਟਰ ਸਨ ਇਸ ਹੁਕਮਨਾਮੇ ਦੇ। ਇਸ ਲਈ ਬਹੁਤ ਸੰਮਤੀ ਦੇ ਨਾਲ ਉਹਨਾਂ ਨੇ ਫਰੀਦਕੋਟੀ ਜੋ ਇਕੱਠ ਦਾ ਫੈਸਲਾ ਸੀ ਉਹਨੂੰ ਅੱਖਰ ਅੱਖਰ ਸਹੀ ਮੰਨ ਲਿਆ ਵੀ ਇਹ ਫੈਸਲਾ ਬਿਲਕੁਲ ਠੀਕ ਹੈ ਤੇ ਉਸ ਫੈਸਲੇ ਨੂੰ ਮਨਜ਼ੂਰ ਕਰਕੇ ਉਹਨਾਂ ਨੇ ਅਕਾਲ ਤਖਤ ਤੇ ਭੇਜ ਦਿੱਤਾ, ਜਿਹਦੇ ਵਿੱਚ ਕਾਹਨ ਸਿੰਘ ਮਜੀਠੀਏ, ਭਾਈ ਈਸ਼ਰ ਸਿੰਘ ਮਹੰਤ, ਮਲਵਈ ਬੁੰਗੇ ਵਾਲੇ, ਭਾਈ ਹਰਨਾਮ ਸਿੰਘ ਜੀ ਦਰਬਾਰ ਸਾਹਿਬ ਗ੍ਰੰਥੀ ਦਰਬਾਰ ਸਾਹਿਬ ਦੇ ਸਨ, ਭਾਈ ਝੰਡਾ ਸਿੰਘ ਜੀ ਗਿਆਨੀ, ਭਾਈ ਗੁਰਮੁਖ ਸਿੰਘ ਜੀ ਪਿਸ਼ੋਰੀਏ, ਭਾਈ ਹਰਨਾਮ ਸਿੰਘ ਜੀ ਸੁਦਾਗਰ ਚੋਬ, ਭਾਈ ਸੱਜਣ ਸਿੰਘ ਜੀ ਸੁਦਾਗਰ ਚੋਬ, ਫਿਰ ਭਾਈ ਜੱਸਾ ਸਿੰਘ ਜੀ ਕੀਰਤਨੀਏ ਦਰਬਾਰ ਸਾਹਿਬ, ਭਾਈ ਗੁਲਾਬ ਸਿੰਘ ਜੀ ਸ਼ਹੀਦ ਬੁੰਗੇ ਵਾਲੇ, ਭਾਈ ਸਰਦੂਲ ਸਿੰਘ ਜੀ ਗਿਆਨੀ, ਡਾਕਟਰ ਚਰਨ ਸਿੰਘ ਜੀ, ਭਾਈ ਗਣੇਸ਼ਾ ਸਿੰਘ ਜੀ ਚੀਫ ਸਕੱਤਰ ਤੇ ਸੰਤ ਨਿਹਾਲ ਸਿੰਘ, ਇਹਨਾਂ ਨੇ ਦਸਤਖਤ ਉਹਦੇ ਉੱਤੇ ਕੀਤੇ। ਭਾਈ ਭਗਤ ਸਿੰਘ ਜੀ ਤੇ ਭਾਈ ਹੀਰਾ ਸਿੰਘ ਜੀ ਜੋ ਦਰਬਾਰ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਨਿਭਾਉਂਦੇ ਸਨ ਉਹਦੇ ਵਿੱਚ ਸ਼ਾਮਲ ਨਾ ਹੋਏ। ਉਹਨਾਂ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਵਿਚਾਰ ਜਾਂ ਇਹ ਫੈਸਲਾ ਤੁਹਾਡਾ ਗੁਰਮਤਿ ਦੇ ਉਲਟ ਹੈ, ਇਸ ਨਾਲ ਕੌਮ ਨੂੰ ਨੁਕਸਾਨ ਪੁੱਜੇਗਾ, ਅਸੀਂ ਇਹਦੇ ਉੱਤੇ ਦਸਤਖਤ ਨਹੀਂ ਕਰ ਸਕਦੇ, ਨਾ ਹੀ ਅਸੀਂ ਆਪ ਜੀ ਦੇ ਇਹਨਾਂ ਵਿਚਾਰਾਂ ਦੇ ਨਾਲ ਸਹਿਮਤ ਹਾਂ। ਕੌਮ ਵਿੱਚ ਜਿਉਂਦੀ ਜ਼ਮੀਰ ਵਾਲੇ ਬੰਦਿਆਂ ਦਾ ਨਾਸ਼ ਨਹੀਂ ਹੁੰਦਾ, ਕੋਈ ਨਾ ਕੋਈ ਪ੍ਰਗਟ ਜ਼ਰੂਰ ਹੁੰਦਾ ਹੈ। ਬਿਲਕੁਲ ਉਸੇ ਢੰਗ ਨਾਲ ਹੀ ਜਿਉਂਦੀ ਜ਼ਮੀਰ ਵਾਲਿਆਂ ਨੇ ਉੱਥੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਾਰੀ ਕਾਰਵਾਈ ਅਕਾਲ ਤਖਤ ਤੇ ਪੇਸ਼ ਹੋਈ ਤੇ ਭਾਈ ਗੁਰਮੁਖ ਸਿੰਘ ਜੀ ਦੇ ਖਿਲਾਫ ਹੁਕਮ ਜਿਹੜਾ ਸੀ, ਹੁਕਮਨਾਮਾ ਜਿਹੜਾ ਸੀ ਉਹ ਜਾਰੀ ਕਰ ਦਿੱਤਾ ਗਿਆ। ਹੁਕਮਨਾਮੇ ਦੇ ਉੱਤੇ ਵੀ ਇਹਨਾਂ ਨੂੰ ਛੇਕਣ ਦਾ ਹੁਕਮ ਜਿਹੜਾ ਸੀ ਜਾਰੀ ਕਰ ਦਿੱਤਾ ਗਿਆ। ਤੇ ਹੁਕਮ ਦੇ ਜਿਹੜੇ ਉਸ ਵੇਲੇ ਇੱਕ ਪਾਸੇ ਅਕਾਲ ਬੁੰਗਾ ਲਿਖਿਆ ਹੁੰਦਾ ਸੀ, ਇੱਕ ਪਾਸੇ ਦਰਬਾਰ ਸਾਹਿਬ ਲਿਖਿਆ ਹੁੰਦਾ ਸੀ, ਉੱਤੇ ਲਿਖਿਆ ਹੁੰਦਾ ਸੀ ਅਕਾਲ ਸ਼੍ਰੀ ਅਕਾਲ ਸਹਾਇ ਤਖਤ ਅਕਾਲ ਬੁੰਗਾ ਸਾਹਿਬ, ਦੂਜੇ ਪਾਸੇ ਲਿਖਿਆ ਹੁੰਦਾ ਸੀ ਅਕਾਲ ਸਹਾਇ ਸ਼੍ਰੀ ਦਰਬਾਰ ਸਾਹਿਬ। ਲੈਟਰ ਪੈਡ ਦੀ ਜਿਹੜੀ ਮੈਂ ਗੱਲ ਲੈਟਰ ਹੈਡ ਕਹਿ ਲਵਾਂ ਜਾਂ ਲੈਟਰ ਪੈਡ ਕਹਿ ਲਵਾਂ, ਇਸ ਤਰ੍ਹਾਂ ਦਾ ਉਹਦੀ ਬਣਤਰ ਹੁੰਦੀ ਸੀ। ਉਹਦੇ ਜਿਹੜੇ ਸ਼ਬਦਾਵਲੀ ਹੈ ਉਸ ਹੁਕਮ ਦੀ ਬੜੀ ਕਠਿਨ ਜਿਹੀ ਹੈ ਉਸ ਵੇਲੇ ਜਿਹੜੀ ਉਹਨਾਂ ਨੇ ਲਿਖੀ। ਉਹਦੇ ਚੋਂ ਲਿਖਦੇ ਨੇ ਹਮ ਜੁਮਲੇ ਸਿੰਘਾਨ ਪੁਜਾਰੀਆਂ ਤਖਤ ਸ਼੍ਰੀ ਅਕਾਲ ਬੁੰਗਾ। ਇਹ ਮੈਂ ਆਪ ਜੀ ਨਾਲ ਬਿਲਕੁਲ ਪੜ੍ਹ ਕੇ ਸੁਣਾ ਰਿਹਾ ਹਾਂ ਕਿਉਂਕਿ ਇਹਦੇ 'ਚ ਮੈਂ ਅਦਲਾ ਬਦਲੀ ਨਹੀਂ ਕਰ ਸਕਦਾ।
ਹਮ ਜੁਮਲੇ ਸਿੰਘਾਨ ਪੁਜਾਰੀਆਂ ਤਖਤ ਸ੍ਰੀ ਅਕਾਲ ਬੁੰਗਾ ਜੀ ਸਾਹਿਬ व ਸ੍ਰੀ ਦਰਬਾਰ ਸਾਹਿਬ व ਬਾਬਾ ਅਟਲ ਰਾਏ ਸਾਹਿਬ व ਝੱਡਾ ਸਾਹਿਬ व ਸ਼ਹੀਦ ਬੁੰਗਾ ਸਾਹਿਬ जी ने मलाजे कार्रवाई गुरमुख सिंह सकत्तर का किया। मालूम हुआ कि इस शख्स ने चंद जगह बरखिलाफ गुर इष्ट की तौहीन श्री गुरु ग्रंथ साहब व गुरुवंश व गुरुबाणी के तहरीर व तकरीर किया है। इससे जिससे साबित होता है कि उसका इत्काद सिखी धर्म से बिल्कुल बरखिलाफ है। इस वास्ते हम तमाम पुजारियन तमाम पुजारियन व नंबरदार ने श्री गुरुद्वारे हाय महदू तहरीर करते हैं कि गुरमुख सिंह मजकूर पंथ खालसा से अलहदा किया गया है। गुरुद्वारे हाय मासूम में उसकी अरदास ना होगी व बर्ताव ना होगा। तमाम सिंगान को वांझा रहे कि कोई शख्स उसका पैरोकार ना हो। जो शख्स उसकी पैरवाई करेगा वो भी बेमुख और लायक तनख्वाह पंथ के समझा जाएगा और वैसा ही सलूक उसके साथ भी किया जाएगा। फख्त बतारीख 7वीं माह चेत सम्मत 418 गुरु नानक शाही मुताबिक 18 मार्च 1887 ईस्वी। तो ਉਹਦੇ ਤੇ ਉਹਦੀ ਇਬਾਰਤ ਹੈ। ਤੇ ਉਸ ਦੇ ਹੇਠਾਂ ਦਸਖਤ ਜਿਹੜੇ ਸਨ ਉਹ ਹਾਜ਼ਰੀਨ ਸਿੰਘਾਨ ਅਹੁਦੇਦਾਰਨ व ਗ੍ਰੰਥੀਆਂ व ਪੁਜਾਰੀਆਂ ਸਰਦਾਰ ਮਾਨ ਸਿੰਘ ਸਰਬਰਾ ਗੁਰਦੁਆਰੇ ਸਾਹਿਬਾਨ, ਸਰਦਾਰ ਕਾਹਨ ਸਿੰਘ ਮਜੀਠੀਆ ਰਈਸ, ਭਾਈ ਹਰਨਾਮ ਸਿੰਘ ਗ੍ਰੰਥੀ ਦਰਬਾਰ ਸਾਹਿਬ, ਭਾਈ ਗੁਲਾਬ ਸਿੰਘ ਮਹੰਤ ਅਕਾਲ ਬੁੰਗਾ ਸਾਹਿਬ, ਭਾਈ ਤੇਜਾ ਸਿੰਘ ਮੋਹਤਮਮ ਸ੍ਰੀ ਅਕਾਲ ਬੁੰਗਾ ਸਾਹਿਬ, ਭਾਈ ਜਵਾਰ ਸਿੰਘ ਮੋਹਤਮ ਅਕਾਲ ਬੁੰਗਾ ਸਾਹਿਬ, ਭਾਈ ਪ੍ਰਤਾਪ ਸਿੰਘ, ਸੁੰਦਰ ਸਿੰਘ, ਸ਼ੇਰ ਸਿੰਘ, ਭਾਈ ਕਰਮ ਸਿੰਘ ਅਰਦਾਸੀਆ ਸ੍ਰੀ ਦਰਬਾਰ ਸਾਹਿਬ। ਤੇ ਇਸ ਤਰ੍ਹਾਂ ਹੋਰ ਇਹ ਨਾਮ ਹਨ ਕਾਫੀ, ਤੋਂ ਉਹਦੇ ਤੇ ਸਮਾਂ ਹੋਰ ਲੱਗੇਗਾ। ਲੇਕਿਨ ਇਹ ਸਾਰੀ ਰਿਪੋਰਟ ਜਿਹੜੀ ਹੈ ਖਾਲਸਾ ਦੀਵਾਨ ਅੰਮ੍ਰਿਤਸਰ 1887 ਦੇ ਵਿੱਚ ਪੂਰੀ ਜਿਹੜੀ ਲਿਖੀ ਹੋਈ ਮਿਲ ਜਾਂਦੀ ਹੈ, ਜਿਹੜੀ ਕਾਪੀ ਇਨ ਬਿਨ ਅਜੇ ਵੀ ਸਾਨੂੰ ਮਿਲਦੀ ਹੈ, ਜਿਹੜਾ ਇਹ ਲਿਖਿਆ ਹੋਇਆ ਸੀ। ਇਸ ਤੋਂ ਬਿਨਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਤਖਤ ਪਟਨਾ ਸਾਹਿਬ ਤੇ ਹੋਰ ਅਨੇਕਾਂ ਹੀ ਨਾਮ ਜਿਹੜੇ ਹਨ ਉਹਦੇ ਸ਼ਾਮਲ ਕੀਤੇ ਗਏ, ਜਿਹਦੇ ਵਿੱਚ ਕੁਝ ਸਿੰਘ ਸਭਾਵਾਂ ਦੀਆਂ ਦੇ ਨਾਮ ਵੀ ਸ਼ਾਮਲ ਹਨ। ਜੇ ਉਹਨਾਂ ਸਿੰਘ ਸਭਾਵਾਂ ਵਿੱਚ ਕਪੂਰਥਲਾ, ਜਲੰਧਰ, ਫਲੋਰ, ਸ਼ਾਹਕੋਟ ਤੇ ਖਮਾਣੋ, ਫਤਿਹਗੜ੍ਹ ਸਾਹਿਬ, ਘੜੂਆਂ, ਇਹਨਾਂ ਦੇ ਕੁਝ ਪੱਤਰ ਜਿਹੜੇ ਸੀ ਨਾਲ ਉਹਨਾਂ ਨੇ ਸ਼ਾਮਲ ਕੀਤੇ, ਜਿਹੜੇ ਉਹਦੇ ਲਿਖੇ ਹੋਏ ਸਨ। ਤੋ ਇਹਦੇ ਉੱਤੇ ਇਹ ਕਹਿ ਲਈਏ ਕਿ ਇਹਨਾਂ ਸਾਰੀਆਂ ਸਿੰਘ ਸਭਾਵਾਂ ਨੇ ਬਾਬਾ ਖੇਮ ਸਿੰਘ ਬੇਦੀ ਦੇ ਅਸਰ ਥੱਲੇ ਆ ਕੇ ਭਾਈ ਗੁਰਮੁਖ ਸਿੰਘ ਜੀ ਦੇ ਵਿਰੁੱਧ ਉਸ ਫੈਸਲੇ ਉੱਤੇ ਆਪਣੀ ਮਨਜ਼ੂਰੀ ਦੀਆਂ ਮੋਹਰਾਂ ਲਾ ਦਿੱਤੀਆਂ। ਤਾਂ ਅਸੀਂ ਇਉਂ ਕਹਿ ਲਈਏ, ਇਹ ਸ਼ਬਦਾਵਲੀ ਇਸ ਤਰ੍ਹਾਂ ਵਰਤ ਸਕਦੇ ਹਾਂ ਕਿ ਖੇਮ ਸਿੰਘ ਬੇਦੀ ਦੇ ਪ੍ਰਭਾਵ ਹੇਠ ਸਨ, ਜਿਹੜੇ ਉਹਨਾਂ ਨੇ ਉਹਨਾਂ ਦੇ ਪ੍ਰਭਾਵ ਥੱਲੇ ਆ ਕੇ ਉਸ ਗੁਰਮੁਖ ਪਿਆਰੇ ਭਾਈ ਗੁਰਮੁਖ ਸਿੰਘ ਦੇ ਵਿਰੁੱਧ ਫੈਸਲੇ ਤੇ ਮੋਹਰਾਂ ਲਾ ਦਿੱਤੀਆਂ। ਹੁਣ ਜਦੋਂ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਜਾਰੀ ਹੋ ਜਾਂਦਾ ਹੈ ਜਾਂ ਕੌਮ ਤੋਂ ਵਿੱਚੋਂ ਉਹਨੂੰ ਕੱਢ ਦਿੱਤਾ ਜਾਂਦਾ ਹੈ, ਤੇ ਮਾਨਸਿਕ ਪਰੇਸ਼ਾਨੀ ਜ਼ਰੂਰ ਵਿਅਕਤੀ ਨੂੰ ਹੁੰਦੀ ਹੈ। ਗਲਤ ਹੋਵੇ ਠੀਕ ਹੋਵੇ ਇਹ ਮਸਲਾ ਨਹੀਂ ਹੁੰਦਾ, ਉਸ ਮਾਨਸਿਕ ਪੀੜਾ ਦੇ ਵਿੱਚੋਂ ਮਨੁੱਖ ਨੂੰ ਜ਼ਰੂਰ ਲੰਘਣਾ ਪੈਂਦਾ ਹੈ, ਕਿਉਂਕਿ ਬਿਨਾਂ ਗੁਨਾਹ ਤੋਂ, ਬਿਨਾਂ ਕਿਸੇ ਕਸੂਰ ਤੋਂ ਛੇਕਿਆ ਜਾਏ ਫਿਰ ਤਾਂ ਹੋਰ ਵੀ ਪੀੜਾ ਹੁੰਦੀ ਹੈ। ਭਾਈ ਗੁਰਮੁਖ ਸਿੰਘ ਜੀ ਨੂੰ ਵੀ ਨਿਰਾਸ਼ਤਾ ਵਿੱਚੋਂ ਲੰਘਣਾ ਪੈ ਗਿਆ। ਉਹਨਾਂ ਨੇ ਲਾਹੌਰ ਛੱਡ ਦਿੱਤਾ ਤੇ ਕੰਵਰ ਵਿਕਰਮ ਸਿੰਘ ਦੇ ਘਰ ਜਲੰਧਰ ਆ ਕੇ ਟਿਕਾਣਾ ਬਣਾ ਲਿਆ। ਅੰਮ੍ਰਿਤਸਰੀ ਪਾਰਟੀ ਨੇ ਗੱਲ ਸਮਝ ਲਈ ਕਿ ਹੁਣ ਮੈਦਾਨ ਖਾਲੀ ਹੋ ਗਿਆ, ਕਿਉਂਕਿ ਭਾਈ ਗੁਰਮੁਖ ਸਿੰਘ ਨੇ ਲਾਹੌਰ ਛੱਡ ਦਿੱਤਾ, ਇਹਨੂੰ ਪੰਥ ਚੋਂ ਛੇਕ ਦਿੱਤਾ, ਹੁਣ ਮੈਦਾਨ ਸਾਡੇ ਹੱਥ 'ਚ ਹੈ, ਹੁਣ ਅਸੀਂ ਜੋ ਅਸੀਂ ਕਰਨਾ ਚਾਹੀਏ ਕਰ ਸਕਦੇ ਹਾਂ। ਪਰ ਉਹਨਾਂ ਦਾ ਅੰਦਾਜ਼ਾ ਇਹ ਗਲਤ ਸੀ, ਸੋਚਣੀ ਵੀ ਗਲਤ ਸੀ। ਖਾਲਸਾ ਅਖਬਾਰ ਜੋ ਉਸ ਵੇਲੇ ਗਿਆਨੀ ਦਿੱਤ ਸਿੰਘ ਜੀ ਚਲਾਉਂਦੇ ਸਨ, ਉਹਨਾਂ ਨੇ ਇਸ ਦੇ ਹੁਕਮਨਾਮੇ ਦੇ ਵਿੱਚ ਧੜਾ ਧੜ ਲੇਖ ਲਿਖਣੇ ਸ਼ੁਰੂ ਕਰ ਦਿੱਤੇ, ਜਿਹੜਾ ਮੁੱਖ ਹੈਡਿੰਗ ਰੱਖਿਆ ਪੰਥਕ ਜਗਾਵਾ।
ਵੀ ਪੰਥ ਨੂੰ ਜਗਾਉਣ ਦਾ ਇੱਕ ਸੱਦਾ, ਉਹਦਾ ਹੈਡਿੰਗ ਲੇਖਾਂ ਦਾ ਰੱਖਿਆ ਗਿਆ। ਤੇ ਸਿੱਖ ਜਨਤਾ ਜੋ ਪਹਿਲਾਂ ਹੀ ਪੁਜਾਰੀਆਂ ਤੋਂ ਤੇ ਸੰਤਾਂ ਮਹੰਤਾਂ ਦੇ ਉਹਨਾਂ ਦੇ ਰਵੱਈਆਂ ਤੋਂ ਬੜੀ ਤੰਗ ਸੀ, ਉਹਨਾਂ ਨੇ ਬਹੁਤਾ ਸਮਾਂ ਉਸ ਹੁਕਮ ਤੇ ਅਮਲ ਨਾ ਕੀਤਾ ਤੇ ਛੇਤੀ ਹੀ ਇਹਨਾਂ ਲੇਖਾਂ ਦੇ ਪ੍ਰਭਾਵ ਸਦਕਾ ਜਾਂ ਭਾਈ ਦਿੱਤ ਸਿੰਘ ਜੀ ਦੇ ਪ੍ਰਭਾਵ ਸਦਕਾ ਉਹਨਾਂ ਦੇ ਵਿਚਾਰ ਜਿਹੜੇ ਸੀ ਬਦਲਣੇ ਸ਼ੁਰੂ ਹੋ ਗਏ। ਇਸੇ ਸਮੇਂ ਅਚਾਨਕ ਹੀ ਉਹ ਖਾਲਸਾ ਦੀਵਾਨ ਲਾਹੌਰ ਜਿਹੜਾ ਸੀ, ਜਿਨ੍ਹਾਂ ਵਿੱਚ ਆਪਸੀ ਫੁੱਟ ਪੈ ਗਈ ਸੀ, ਉਹ ਵੀ ਫੁੱਟ ਦੂਰ ਹੋ ਗਈ। ਆਪਸ ਵਿੱਚ ਏਕਤਾ ਜਿਹਦੇ ਵਿੱਚ ਉਹ ਵੱਜ ਗਈ, ਯੂਨਿਟੀ ਹੋ ਗਈ ਉਹਦੇ ਵਿੱਚ ਵੀ ਇਹ ਕੰਮ ਗਲਤ ਹੋਇਆ। ਸਾਡੇ ਖਾਲਸਾ ਦੀਵਾਨ ਲਾਹੌਰ ਦੀ ਜਿੰਦ ਜਾਨ ਗਿਆਨੀ ਗੁਰਮੁਖ ਸਿੰਘ ਜੀ ਨੂੰ, ਭਾਈ ਗੁਰਮੁਖ ਸਿੰਘ ਜੀ ਨੂੰ ਇਸ ਤਰ੍ਹਾਂ ਕੱਢ ਦੇਣਾ ਠੀਕ ਨਹੀਂ। ਤਾਂ ਉਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਦੁਬਾਰਾ ਲਾਹੌਰ ਆਓ। ਗੁਰਮੁਖ ਸਿੰਘ ਜੀ ਨੂੰ ਲਾਹੌਰ ਆਉਣ ਦੇ ਸੱਦੇ ਭੇਜਿਆ ਤਾਂ ਉਹ ਆ ਕੇ ਲਾਹੌਰ ਵਿੱਚ ਹਾਜ਼ਰ ਹੋ ਕੇ ਪੰਥਕ ਸੇਵਾ 'ਚ ਫਿਰ ਦੁਬਾਰਾ ਜੁਟ ਗਏ। ਉਹਨਾਂ ਨੇ ਹੁਣ ਪਰਵਾਹ ਨਹੀਂ ਕੀਤੀ। ਜਦੋਂ ਸਪੋਰਟ ਮਿਲ ਜਾਂਦੀ ਹੈ ਸਾਥੀਆਂ ਦੀ, ਜਦੋਂ ਲਾਹੌਰ ਦਰਬਾਰ ਉਹਨਾਂ ਦੇ ਨਾਲ ਆ ਕੇ ਖੜਾ ਹੋ ਗਿਆ, ਤਾਂ ਫਿਰ ਉਹਨਾਂ ਨੇ ਉਸ ਦੀ ਪਰਵਾਹ ਨਹੀਂ ਕੀਤੀ ਤੇ ਉਸ ਪੰਥਕ ਸੇਵਾ ਦੇ ਵਿੱਚ ਆ ਕੇ ਦੁਬਾਰਾ ਲਾਹੌਰ ਵਿੱਚ ਹਾਜ਼ਰ ਹੋ ਜਾਂਦੇ ਹਨ ਗੁਰਮੁਖ ਸਿੰਘ ਜੀ। ਗਿਆਨੀ ਦਿੱਤ ਸਿੰਘ ਜੀ ਖਾਲਸਾ ਅਖਬਾਰ ਦੇ ਉਸ ਵੇਲੇ ਐਡੀਟਰ ਸਨ। ਉਹਨਾਂ ਨੇ ਇੱਕ ਸੁਪਰ ਨਾਟਕ ਦਾ ਮੁਕੱਦਮਾ ਉਸ ਵੇਲੇ ਚੱਲਿਆ ਸੀ, ਜਿਹਦੇ 'ਚ ਭਾਈ ਗੁਰਮੁਖ ਸਿੰਘ ਦੀ ਛੇਕ ਛਕਾਈ ਬਾਰੇ ਅੰਮ੍ਰਿਤਸਰ ਧੜੇ ਦੀ ਅਸਲੀਅਤ ਨੂੰ ਪਾਠਕਾਂ ਦੇ ਸਾਹਮਣੇ ਖੋਲ ਕੇ ਰੱਖੀ ਸੀ। ਜਿਹੜੇ ਪਾਠਕ ਪੜ੍ਹਦੇ ਸਨ ਉਹਨਾਂ ਦੇ ਸਾਹਮਣੇ ਪੂਰੀ ਅਸਲੀਅਤ ਖੋਲ ਕੇ ਰੱਖੀ। ਫਰੀਦਕੋਟ ਦੇ ਇਕੱਠ ਦੇ ਫੈਸਲੇ ਤੋਂ ਲੈ ਕੇ, ਜਿਹੜਾ ਫੈਸਲਾ ਫਰੀਦਕੋਟ ਦੇ ਇਕੱਠ ਵਿੱਚ ਉਹਨਾਂ ਨੇ ਕੀਤਾ ਸੀ, ਉੱਥੋਂ ਲੈ ਕੇ ਅੰਮ੍ਰਿਤਸਰ ਦੇ ਫੈਸਲੇ ਤੱਕ ਜੋ ਕੁਝ ਵੀ ਹੋਇਆ, ਜੋ ਕੁਝ ਵੀ ਵਾਪਰਿਆ, ਭਾਈ ਗੁਰਮੁਖ ਸਿੰਘ ਜੀ ਦੇ ਅਕਾਲ ਤਖਤ ਤੋਂ ਖਾਰਜ ਕੀਤੇ ਜਾਣ ਦਾ ਸਾਰਾ ਕਿੱਸਾ ਜਿਹੜਾ ਸੀ, ਉਹ ਸੁਪਰ ਨਾਟਕ ਦੇ ਰੂਪ ਵਿੱਚ ਇੱਕ ਬੜੇ ਹਾਸਮਈ ਢੰਗ ਨਾਲ, ਹਾਸਰਸੀ ਢੰਗ ਦੇ ਨਾਲ ਗਿਆਨੀ ਦਿੱਤ ਸਿੰਘ ਜੀ ਨੇ ਕਲਮਬੰਦ ਕਰਕੇ ਲਿਖ ਕੇ ਛਾਪਿਆ। ਉਹਨਾਂ ਦਾ ਲਿਖਣੀ ਵਿੱਚ ਵੀ ਵੈਸੇ ਇਸ ਤਰ੍ਹਾਂ ਦੀ ਝਲਕ ਮਿਲਦੀ ਹੈ। ਗਿਆਨੀ ਦਿੱਤ ਸਿੰਘ ਜੀ ਦੀ ਔਖੀ ਸ਼ਬਦਾਵਲੀ ਹੈ, ਕਿਉਂਕਿ ਉਸ ਵੇਲੇ ਸ਼ਬਦਾਵਲੀ ਜਿਹੜੀ ਵਰਤੀ ਜਾਂਦੀ ਸੀ ਉਹਨਾਂ ਨੇ ਇਸਤੇਮਾਲ ਕੀਤੀ ਹੈ। ਮੁਸ਼ਕਿਲ ਵੀ ਸ਼ਬਦਾਵਲੀ ਹੈ, ਪਰ ਹਾਸ ਰਸ ਦੀ ਬਹੁਤ ਸਾਰੀ ਝਲਕ ਗਿਆਨੀ ਦਿੱਤ ਸਿੰਘ ਜੀ ਦੀ ਲਿਖਤ ਵਿੱਚੋਂ ਨਜ਼ਰ ਆਉਂਦੀ ਹੈ। ਤੇ ਉਹਨਾਂ ਦੀ ਖਾਸ ਰਸੇ ਢੰਗ ਦੇ ਨਾਲ ਇਹ ਸਾਰਾ ਕਿੱਸਾ ਜਿਹੜਾ ਸੀ, ਆਪਣਾ ਸੁਪਨ ਨਾਟਕ ਦੇ ਰੂਪ ਇਹਨੂੰ ਕਹੀਏ ਕਿ ਨਾਟਕ ਜਿਵੇਂ ਲਿਖੀਦਾ ਹੈ, ਉਸ ਢੰਗ ਦੇ ਨਾਲ ਇਹ ਸਾਰਾ ਕਿੱਸਾ ਸੀ ਛਾਪਿਆ। ਇਸ ਨਾਟਕ ਦੇ ਵਿੱਚ ਜਾਂ ਸੁਪਨ ਨਾਟਕ ਕਿਤਾਬ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਰਾਜਾ ਬਿਕਰਮ ਸਿੰਘ, ਬਾਬਾ ਖੇਮ ਸਿੰਘ ਬੇਦੀ, ਗਿਆਨੀ ਝੰਡਾ ਸਿੰਘ, ਜਿਹੜੇ ਉਸ ਵੇਲੇ ਮਹੰਤ ਬਣੇ ਹੋਏ ਸਨ, ਆਗੂ ਬਣੇ ਹੋਏ ਸਨ, ਉਹਨਾਂ ਦੀ ਕਰੜੀ ਨੁਕਤਾਚੀਨੀ ਜਿਹੜੀ ਸੀ, ਉਹ ਤਕੜੀ ਭਰਮੀ ਨੁਕਤਾਚੀਨੀ ਜਾਂ ਇਹ ਕਹਿ ਲਈਏ ਆਲੋਚਨਾ ਜਿਹੜੀ ਸੀ, ਉਹ ਗਿਆਨੀ ਦਿੱਤ ਸਿੰਘ ਜੀ ਨੇ ਸੁਪਨ ਨਾਟਕ ਦੇ ਹਾਸਰਸੀ ਢੰਗ ਦੇ ਨਾਲ, ਵਿਅੰਗ ਢੰਗ ਦੇ ਨਾਲ, ਜਿਹਨੂੰ ਅਸੀਂ ਵਿਅੰਗ ਕਹਿੰਦੇ ਹਾਂ, ਵਿਅੰਗਮਈ ਢੰਗ ਦੇ ਨਾਲ ਉਹਦੀ ਜਿਹੜੀ ਸੀ ਨੁਕਤਾਚੀਨੀ ਕੀਤੀ। ਤੇ ਉਹਨਾਂ ਸਾਰਿਆਂ ਦੇ ਬੜਾ ਮਖੌਲ ਵੀ ਉਹਦੇ ਵਿੱਚ ਉਡਾਏ ਵੀ ਕਿਵੇਂ ਪੰਥ ਦੇ ਆਪਣੇ ਆਪ ਨੂੰ ਕਹਾਉਣ ਵਾਲੇ ਆਗੂ, ਪੰਥਕ ਆਗੂ ਕਿਵੇਂ ਕੌਮ ਦੇ ਨਾਲ ਮਜ਼ਾਕ ਕਰ ਰਹੇ ਹਨ। ਇਸ ਨਾਟਕ ਜਦੋਂ ਇਹ ਛਪ ਗਿਆ, ਬਾਬਾ ਉਦੇ ਸਿੰਘ ਜਿਹੜੀ ਕਪੂਰਥਲੇ, ਬਾਬਾ ਉਦੇ ਸਿੰਘ ਬੇਦੀ ਜੋ ਕਪੂਰਥਲੇ ਦੇ ਸਨ, ਉਹਨਾਂ ਨੇ ਇਹਦੇ ਵਿੱਚ ਆਪਣਾ ਅਪਮਾਨ ਸਮਝਿਆ ਵੀ ਮੇਰੀ ਬੇਇੱਜ਼ਤੀ ਹੋਈ ਹੈ, ਇਹ ਨਾਟਕ ਛਾਪ ਕੇ ਸਾਡਾ ਮਜ਼ਾਕ ਉਡਾਇਆ ਗਿਆ। ਉਹਨਾਂ ਨੇ ਮੁਕੱਦਮਾ ਕਰ ਦਿੱਤਾ, ਲਾਹੌਰ ਦੀ ਅਦਾਲਤ ਵਿੱਚ ਜਾ ਕੇ ਇੱਕ ਮੁਕੱਦਮਾ ਕਰ ਦਿੱਤਾ। ਹੱਤਕ ਕਿਸੇ ਨੂੰ ਅਸੀਂ ਕਹਿ ਦਿੰਦੇ ਹਾਂ, ਹੱਤਕ ਇੱਜ਼ਤ ਦਾ ਮੁਕੱਦਮਾ, ਉਹ ਇਹਨਾਂ ਦੇ ਖਿਲਾਫ ਦਾਇਰ ਕਰ ਦਿੱਤਾ। ਇਹ ਮੁਕੱਦਮਾ ਚੱਲਿਆ ਲਾਹੌਰ 'ਚ, ਗਵਾਹ ਭੁਗਤੇ, ਫੈਸਲਾ ਹੋਇਆ ਗਿਆਨੀ ਦਿੱਤ ਸਿੰਘ ਨੂੰ 51 ਰੁਪਏ ਜੁਰਮਾਨਾ ਕਰ ਦਿੱਤਾ ਉਸ ਅਦਾਲਤ ਨੇ। ਪਰ ਗਿਆਨੀ ਦਿੱਤ ਸਿੰਘ ਜੀ ਨੇ ਉੱਪਰਲੀ ਅਦਾਲਤ 'ਚ ਅਪੀਲ ਕਰ ਦਿੱਤੀ ਤੇ ਗਿਆਨੀ ਜੀ ਸਾਹਿਬ ਬਰੀ ਹੋ ਗਏ, ਉਹਦੇ ਵਿੱਚੋਂ ਬਰੀ ਹੋ ਗਏ, ਜੁਰਮਾਨਾ ਵੀ ਮਾਫ ਹੋ ਗਿਆ। ਅੰਮ੍ਰਿਤਸਰ ਧੜੀ ਦੀ ਇਸ ਜੱਦੋ-ਜਹਿਦ ਵਿੱਚ ਇਹ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਇੱਕ ਕਰਾਰੀ ਹਾਰ ਸੀ, ਜਿਹੜੀ ਉਹਨਾਂ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪਿਆ ਇਸ ਦੇ ਵਿੱਚ। ਤੇ ਉਹਦੇ ਵਿੱਚ ਜਿਹੜੀ ਇਹ ਹਾਰ ਹੋਈ, ਉਹਨਾਂ ਨੇ ਉਹਨਾਂ ਦਾ ਕਿਰਦਾਰ ਵੀ ਜਾਂ ਉਹਨਾਂ ਦਾ ਸਿੱਖ ਸੰਗਤ ਵਿੱਚ ਵੀ ਉਹਨਾਂ ਨੂੰ ਨੀਵੇਂ ਕਰ ਦਿੱਤਾ ਇਸ ਮੁਕੱਦਮੇ ਦੀ ਹਾਰ ਨਾਲ। ਤੋ ਲਾਹੌਰ ਸਿੰਘ ਸਭਾ ਇੱਕ ਹੋਰ ਬਣ ਗਈ ਨਵੀਂ। ਸੁਪਨ ਨਾਟਕ ਦੇ ਮੁਕੱਦਮੇ ਉੱਤੇ
ਕਿਉਂਕਿ ਸਾਰਾ ਖਰਚ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਨੇ ਕੀਤਾ ਸੀ। ਇਸ ਲਈ ਇੱਕ ਵਿਅਕਤੀ ਸੀ ਬਸੰਤ ਸਿੰਘ, ਉਹਨੇ ਇਹ ਕਹਿ ਦਿੱਤਾ ਕਿ ਮੈਂ ਸਭਾ ਦਾ ਕਾਫੀ ਵੱਡਾ ਮੈਂਬਰ ਹਾਂ ਤੇ ਜਿਨ੍ਹਾਂ ਨੇ ਖਾਲਸਾ ਅਖਬਾਰ ਦੀ ਕੁਝ ਟਾਈਮ ਤੇ ਸੰਪਾਦਕੀ ਦੀ ਸੇਵਾ ਨਿਭਾਈ ਸੀ, ਉਹਨਾਂ ਦਾ ਜ਼ਿਕਰ ਆ ਰਿਹਾ ਹੈ, ਬਸੰਤ ਸਿੰਘ ਦਾ ਨਾਮ ਆਉਂਦਾ ਹੈ। ਤੇ ਉਹਨਾਂ ਦੀ ਗਿਆਨੀ ਜੀ ਦੇ ਨਾਲ ਗੁਰਮੁਖ ਸਿੰਘ ਨਾਲ ਕੁਝ ਅਣਬਣ ਹੋ ਗਈ ਸੀ। ਉਹਨਾਂ ਨੇ ਹੁਣ ਇਸ ਅਣਬਣ ਦਾ ਕਿਹੜ ਜਿਹੜੀ ਹੈ ਉਹ ਇੱਥੇ ਆ ਕੇ ਕੱਢੀ। ਆਪਣੀਆਂ ਵਿਅਕਤੀਗਤ ਜਿਹੜੀਆਂ ਝਗੜੇ ਹਨ ਜਾਂ ਵਿਅਕਤੀਗਤ ਜਿਹੜੀਆਂ ਆਪਸੀ ਮਤਭੇਦ ਹਨ, ਉਹਨਾਂ ਨੂੰ ਕੌਮੀ ਮਤਭੇਦ ਵਿੱਚ ਤਬਦੀਲ ਕਰਕੇ ਤੇ ਉਹਦੀ ਕਿਹੜ ਜਿਹੜੀ ਸੀ ਇੱਥੇ ਕਹਿੰਦੇ ਕੱਢੀ ਗਈ। ਉਹ ਕਹਿੰਦੇ ਜੀ ਇਸ ਮੁਕੱਦਮੇ ਦਾ ਸਾਰਾ ਖਰਚ ਜਿਹੜਾ ਹੈ, ਕਿਉਂਕਿ ਮੁਕੱਦਮਾ ਗਿਆਨੀ ਗੁਰਮੁਖ ਸਿੰਘ ਦਾ ਸੀ, ਉਹਦੇ ਜ਼ਿੰਮੇ ਪਾਉਣਾ ਚਾਹੀਦਾ। ਸਿੰਘ ਸਭਾ ਦਾ ਕੋਈ ਮਤਲਬ ਨਹੀਂ ਕਿ ਇੱਥੇ ਖਰਚਾ ਕਰੇ। ਤਾਂ ਉਹਨਾਂ ਨੇ ਜਦੋਂ ਉਹਨਾਂ ਦੀ ਇਹ ਗੱਲ ਨਹੀਂ ਮੰਨੀ ਗਈ ਤਾਂ ਉਹਨਾਂ ਨੇ ਲਾਹੌਰ ਸਿੰਘ ਸਭਾ ਤੋਂ ਵੱਖਰੇ ਹੋ ਕੇ ਇੱਕ ਵੱਖਰੀ ਹੋਰ ਸਿੰਘ ਸਭਾ ਜਿਹੜੀ ਸੀ ਬਣਾ ਲਈ ਤੇ ਜਿਹੜੇ ਕੁਝ ਕੁ ਸਿੱਖ ਜਿਹੜੇ ਸੀ ਉਹਦੇ ਵਿੱਚ ਵੀ ਸ਼ਾਮਲ ਹੋ ਗਏ। ਤਾਂ ਇਸ ਤਰ੍ਹਾਂ ਇਹ ਆਪਣੇ ਨਿੱਜੀ ਮਫਾਦ ਕਾਰਨ ਇਹ ਜਿਹੜੀਆਂ ਸਿੰਘ ਸਭਾ ਦੇ ਲਾਹੌਰ ਦੇ ਵਿੱਚ ਵੀ ਇੱਕ ਨਵੀਂ ਫੁੱਟ ਦਾ ਬੀਜ ਜਿਹੜਾ ਸੀ ਉਹ ਬੀਜਿਆ ਗਿਆ। ਇਸ ਤੋਂ ਬਾਅਦ ਇੱਕ ਬਹੁਤ ਵੱਡੀ ਪ੍ਰਾਪਤੀ ਕੌਮ ਦੀ ਹੁੰਦੀ ਹੈ, ਉਹ ਹੈ ਖਾਲਸਾ ਕਾਲਜ ਅੰਮ੍ਰਿਤਸਰ। ਇਹ ਕਿਵੇਂ ਬਣਿਆ, ਕਿਸ ਤਰ੍ਹਾਂ ਹੋਇਆ, ਇਹ ਜ਼ਰੂਰੀ ਸਾਨੂੰ ਵਿਚਾਰਨ ਦੀ ਲੋੜ ਹੈ। ਤਦ ਕਿ ਸਾਨੂੰ ਆਪਣੇ ਇਸ ਖਾਲਸਾ ਕਾਲਜ ਬਾਰੇ ਜੋ ਲਗਭਗ ਤਕਰੀਬਨ ਇਹ ਕਹਿ ਸਕਦੇ ਹਾਂ ਕਿ ਅੱਜ ਤੋਂ 130 ਸਾਲ ਪਹਿਲਾਂ ਇਹ ਕਾਲਜ ਬਣਿਆ, ਸਿੱਖਾਂ ਦਾ ਪਹਿਲਾ ਪਾਠਸ਼ਾਲਾ ਜਿਹੜੀ ਵੱਡੀ ਉਹ ਬਣੀ, ਉਹਦਾ ਇਤਿਹਾਸ ਥੋੜ੍ਹੀ ਬਹੁਤੀ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ। ਜਦੋਂ ਆਪਾਂ ਪਿੱਛੇ ਵਿਚਾਰ ਕੀਤੀ ਸੀ ਪਿਛਲੀ ਵਾਰੀ ਤਾਂ ਉਹਦੇ 'ਚ ਇੱਕ ਖਿਆਲ ਆਇਆ ਸੀ ਵੀ 1880 ਦੇ ਵਿੱਚ ਵਿੱਦਿਅਕ ਲਹਿਰ ਚਲਾਈ ਸੀ ਸਿੰਘ ਸਭਾ ਲਹਿਰ ਨੇ, ਐਜੂਕੇਸ਼ਨਲ ਜਿਹੜੀ ਲਹਿਰ ਅਸੀਂ ਕਹਿੰਦੇ ਹਾਂ ਉਹ ਇਹਨਾਂ ਨੇ ਚਲਾਈ ਸੀ। ਉਦੋਂ ਤੋਂ ਹੀ ਭਾਈ ਗੁਰਮੁਖ ਸਿੰਘ ਜੀ ਸਿੱਖਾਂ ਲਈ ਖਾਲਸਾ ਕਾਲਜ ਬਣਾਉਣ ਦਾ ਪ੍ਰਚਾਰ ਕਰੀ ਜਾ ਰਹੇ ਸਨ ਵੀ ਕੌਮਾਂ ਨੂੰ ਜਦ ਤੱਕ ਪੜ੍ਹਾਈ ਨਹੀਂ ਮਿਲਦੀ, ਇਹਨਾਂ ਦਾ ਲੈਵਲ ਉੱਚਾ ਨਹੀਂ ਹੁੰਦਾ, ਇਹਨਾਂ ਦੀ ਸੋਚ ਸ਼ਕਤੀ ਉੱਚੀ ਨਹੀਂ ਹੁੰਦੀ, ਉਨੀ ਦੇਰ ਤੱਕ ਇਹ ਅਗਾਂਹ ਵਧੂ ਸੋਚ ਨਹੀਂ ਰੱਖ ਸਕਦੀਆਂ। ਤਾਂ ਉਹਨਾਂ ਨੇ ਯਤਨ ਲਗਭਗ 1880 ਦੇ ਵਿੱਚ ਹੀ ਸ਼ੁਰੂ ਕਰਤਾ ਸੀ, ਸਿੱਖ ਵਿੱਦਿਅਕ ਲਹਿਰ ਦੇ ਤੋਂ ਬਣੀ ਤਾਂ ਉਸ ਵੇਲੇ। ਤਾਂ ਇਸ ਬਾਰੇ ਇੱਕ ਵਾਰੀ ਇੱਕ ਪ੍ਰਸਤਾਵ ਵੀ ਰੱਖਿਆ ਗਿਆ ਸੀ ਗੁਰਮੁਖੀ ਅਖਬਾਰ ਦੇ ਵਿੱਚ, ਕਈ ਲੇਖ ਵੀ ਉਸ ਵੇਲੇ ਲਿਖੇ ਗਏ ਸਨ। ਉਸ ਤੋਂ ਪਿੱਛੋਂ 1883 ਦੇ ਵਿੱਚ ਲਾਲਾ ਸੰਤ ਰਾਮ ਦੀ ਕੋਠੀ ਦੀ ਅੰਮ੍ਰਿਤਸਰ 'ਚ ਇੱਕ ਸਿੱਖਾਂ ਦਾ ਇਕੱਠ ਹੋਇਆ ਸੀ, ਜਿਸ ਵਿੱਚ ਪੰਥਕ ਮੁਖੀਆਂ ਅੱਗੇ ਭਾਈ ਗੁਰਮੁਖ ਸਿੰਘ ਨੇ ਖਾਲਸਾ ਕਾਲਜ ਬਣਾਉਣ ਦੇ ਲਈ ਆਪਣੇ ਵਿਚਾਰ ਪੇਸ਼ ਕੀਤੇ। ਸਾਰਿਆਂ ਨੇ ਸਹਿਮਤੀ ਦਿੱਤੀ ਇਸ ਖਿਆਲ ਦੇ ਨਾਲ ਕਿ ਇਹ ਹੋਣਾ ਚਾਹੀਦਾ ਹੈ। ਫਿਰ ਉੱਥੇ ਗੁਰਮਤਾ ਪਾਸ ਕੀਤਾ ਗਿਆ ਤੇ ਗੁਰਮਤਾ ਪਾਸ ਕਰਕੇ ਇੱਕ ਕਮੇਟੀ ਬਣਾ ਦਿੱਤੀ ਗਈ, ਜਿਹਦੇ ਨਾਲ ਬਾਬਾ ਖੇਮ ਸਿੰਘ ਬੇਦੀ ਦੇ 4-5 ਸੱਜਣ ਹੋਰ ਵੀ ਜਿਹੜੇ ਲੈ ਲਏ ਗਏ, ਤਦ ਕਿ ਕਿਸੇ ਪਾਸਿਓਂ ਕੋਈ ਵਿਰੋਧਤਾ ਜਿਹੜੀ ਹੈ ਉਹ ਨਾ ਹੋਵੇ। ਤਾਂ ਫਿਰ ਜਦੋਂ ਦੂਜੀ ਵਾਰੀ ਫਿਰ ਸਿੱਖ ਮੁਖੀਆਂ ਦਾ ਇੱਕ ਅਜਿਹਾ ਇਕੱਠ ਲਾਹੌਰ ਦੇ ਲਾਰੈਂਸ ਹਾਲ ਵਿੱਚ ਹੋਇਆ, ਜਿਹਦੇ ਵਿੱਚ ਕਮਰ ਬਿਕਰਮ ਸਿੰਘ, ਬਾਬਾ ਖੇਮ ਸਿੰਘ ਬੇਦੀ, ਮਾਨ ਸਿੰਘ ਸਰਬਰਾ, ਗੁਲਾਬ ਸਿੰਘ ਅਟਾਰੀ, ਇਸ ਤਰ੍ਹਾਂ ਹੋਰ ਵਿਅਕਤੀ ਜਿਹੜੇ ਸਨ ਉਹ ਸ਼ਾਮਲ ਹੋਏ। ਤਾਂ ਇਸ ਇਕੱਠ ਵਿੱਚ ਸਲਾਹ ਕਰਕੇ ਇੱਕ ਸਨਮਾਨ ਪੱਤਰ ਲਾਰਡ ਡਫਰਨ ਦੀ ਸੇਵਾ, ਜੋ ਉਸ ਵੇਲੇ ਗਵਰਨਰ ਸੀ ਜਾਂ ਉਸ ਵੇਲੇ ਹਾਕਮ ਸੀ, ਜਾਂ ਲਾਰਡ ਸਾਹਿਬ ਕਹਿੰਦੇ ਸਨ, ਸ਼ਬਦ ਵਰਤਿਆ ਜਾਂਦਾ ਲਾਰਡ ਸਾਹਿਬ। ਤਾਂ ਲਾਰਡ ਸਾਹਿਬ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ ਇਹ ਸੀ ਲਾਰਡ ਡਫਰਨ ਉਸ ਵੇਲੇ। ਤਾਂ ਉਹ 22 ਅਪ੍ਰੈਲ 1885 ਨੂੰ ਉਹਨੂੰ ਇੱਕ ਮਾਨ ਪੱਤਰ ਜਾਂ ਸਨਮਾਨ ਪੱਤਰ ਸ਼ਾਲਾਮਾਰ ਬਾਗ ਅੰਮ੍ਰਿਤਸਰ ਦੇ ਵਿੱਚ ਦਿੱਤਾ। ਸ਼ਾਲਾਮਾਰ ਬਾਗ ਜਿਹੜਾ ਹੈ ਉਹ ਦਿੱਤਾ ਗਿਆ। ਇਹ ਸ਼ਾਲਾਮਾਰ ਬਾਗ ਦੇ ਵਿੱਚ ਉਹਨੂੰ ਇੱਕ ਮਾਨ ਪੱਤਰ ਜਿਹੜਾ ਸੀ ਉਹ ਸੌਂਪਿਆ ਗਿਆ, ਜਿਹਦੇ ਉੱਤਰ 'ਚ ਲਾਰਡ ਸਾਹਿਬ ਨੇ ਫਿਰ ਉਹਦਾ ਜਵਾਬ ਦਿੱਤਾ ਵੀ ਸਿੱਖਾਂ ਦੀ ਵਿੱਦਿਅਕ ਲਹਿਰ ਨਾਲ ਮੇਰੀ ਹਮਦਰਦੀ ਹੈ ਤੇ ਮੈਂ ਇਹਦੇ ਵਿੱਚ ਹੋਰ ਆਪਣਾ ਹਿੱਸਾ ਪਾਉਣ ਦਾ ਵੀ ਯਤਨ ਕਰਾਂਗਾ। ਸਿੰਘ ਸਭਾ ਲਾਹੌਰ ਦੇ ਜਿਹੜੇ ਮੋਢੀ ਸਨ ਉਹਨਾਂ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਇਹਦੇ ਨਾਲ। ਗਵਰਨਮੈਂਟ ਤੋਂ ਸਰਕਾਰੇ ਦੀ ਉਹਨਾਂ ਨੇ ਫਿਰ ਏਡ ਮੰਗਣੀ ਸ਼ੁਰੂ ਕੀਤੀ, ਸਹਾਇਤਾ ਮੰਗਣੀ ਸ਼ੁਰੂ ਕੀਤੀ ਵੀ ਸਰਕਾਰ ਸਾਨੂੰ ਸਹਾਇਤਾ ਦੇਵੇ। ਭਾਈ ਗੁਰਮੁਖ ਸਿੰਘ ਜੀ ਗਵਰਨਮੈਂਟ ਤੋਂ ਇਸ ਕਾਰਜ ਦੇ ਲਈ ਸਹਾਇਤਾ ਮੰਗਣ ਵਿੱਚ ਸਭ ਤੋਂ ਮੁਖੀ ਸਨ।
ਸਿੱਖ ਰਿਆਸਤਾਂ ਵਿੱਚੋਂ ਚੰਦਾ ਇਕੱਠਾ ਕਰਨ ਲਈ ਫਿਰ ਚੱਕਰ ਲਾਉਣੇ ਸ਼ੁਰੂ ਕੀਤੇ, ਕਿਉਂਕਿ ਉਦੋਂ ਸਿੱਖ ਰਿਆਸਤਾਂ ਚੱਲਦੀਆਂ ਸਨ। ਨਾਭਾ ਰਿਆਸਤ, ਪਟਿਆਲਾ ਰਿਆਸਤ, ਕਪੂਰਥਲਾ ਰਿਆਸਤ, ਇਸ ਤਰ੍ਹਾਂ ਰਿਆਸਤਾਂ ਸਿੱਖ ਰਿਆਸਤਾਂ ਚੱਲਦੀਆਂ ਸਨ। ਪਰ ਕਈ ਗੇੜੇ ਮਾਰਨ ਦੇ ਬਾਵਜੂਦ ਵੀ ਭਾਈ ਗੁਰਮੁਖ ਸਿੰਘ ਨੂੰ ਪੱਲੇ ਘੱਟ ਪਿਆ, ਨਿਰਾਸ਼ਤਾ ਜ਼ਿਆਦਾ ਹੋਈ। ਅਸੀਂ ਯਾਸ਼ੀ ਤੇ ਪੈਸਾ ਖਰਚ ਕਰ ਸਕਦੇ ਹਾਂ, ਸਾਡਾ ਸੁਭਾਅ ਹੈ, ਪਰ ਧਰਮ ਪ੍ਰਚਾਰ ਜਾਂ ਧਰਮ ਦਾ ਕੰਮ ਕਰਨ ਲੱਗਿਆਂ ਸਾਨੂੰ ਸੱਪ ਸੁੰਘ ਜਾਂਦਾ ਹੈ। ਅਜੇ ਵੀ ਸਾਡੀ ਬਿਰਤੀ ਇਹੋ ਜਿਹੀ ਹੈ। ਬਿਰਲੇ ਬਿਰਲੇ ਹਨ, ਭਾਗਾਂ ਵਾਲੇ ਹਨ ਉਹ ਜਿਹੜੇ ਇਸ ਨੂੰ ਆਪਣਾ ਫਰਜ਼ ਸਮਝਦੇ ਹਨ। ਪਰ ਦੇਖੋ, ਅਸੀਂ ਬੈਠੇ ਰੈਸਟੋਰੈਂਟ ਤੇ ਜਾ ਕੇ ਕਈ ਹਜ਼ਾਰ ਦੀ ਰੋਟੀ ਤਾਂ ਖਾ ਸਕਦੇ ਹਾਂ, ਪਰ ਅਸੀਂ 2 ਪੈਸੇ ਦਾ ਲਿਟਰੇਚਰ, 2-4 ਰੁਪਏ ਦਾ ਲਿਟਰੇਚਰ ਲੈ ਕੇ ਆਪਣੇ ਘਰ ਵਿੱਚ ਨਹੀਂ ਰੱਖ ਸਕਦੇ। ਇਹ ਸਾਡੀ ਬਦਕਿਸਮਤੀ ਹੈ, ਕੌਮ ਦੇ ਬਦਕਿਸਮਤੀ ਹੈ ਕੌਮੀ, ਕਿ ਸਾਡੀ ਕਮਜ਼ੋਰੀ ਹੈ ਕਿ ਅਸੀਂ ਕੌਮੀ ਬਦਕਿਸਮਤੀ ਹੈ ਕਿ ਅਸੀਂ ਇਹਦੇ ਵਿੱਚ ਬਿਲਕੁਲ ਹੀ ਅਜੇ ਤੱਕ ਇਸ ਪਾਸੇ ਨਹੀਂ ਸੋਚਿਆ। ਰਿਆਸਤਾਂ ਸਿੱਖ ਸਨ ਤੇ ਖਾਲਸਾ ਕਾਲਜ ਦੀ ਸਹਾਇਤਾ ਜਦੋਂ ਮੰਗੀ ਗਈ, ਲਗਭਗ ਕੋਰਾ ਜਿਹਾ ਜਵਾਬ ਜਿਹੜਾ ਸੀ ਇਹਨਾਂ ਰਿਆਸਤਾਂ ਨੇ ਦਿੱਤੇ, ਪੱਲੇ ਕੁਝ ਨਾ ਪਿਆ। ਇਸ ਤਰ੍ਹਾਂ ਕੋਈ ਹੋਰ ਅਮੀਰਾਂ ਕੋਲ ਵੀ ਭਾਈ ਗੁਰਮੁਖ ਸਿੰਘ ਜੀ ਨੇ ਇਹ ਜਾ ਕੇ ਆਪਣੀ ਰੱਖੀ ਕਿ ਅਸੀਂ ਖਾਲਸਾ ਕਾਲਜ ਖੋਲ੍ਹਣਾ ਚਾਹੁੰਦੇ ਹਾਂ, ਉਹਦੇ ਲਈ ਪੈਸਾ ਚਾਹੀਦਾ, ਚੰਦਾ ਚਾਹੀਦਾ ਹੈ। ਭਾਈ ਗੁਰਮੁਖ ਸਿੰਘ ਨੇ ਫਿਰ ਜਦੋਂ ਉਹਨਾਂ ਨੇ ਉਹਦੇ ਲਈ ਸਵਾਲ ਕੀਤੇ ਤੇ ਮਹਾਰਾਜਾ ਫਰੀਦਕੋਟ ਕਹਿਣ ਲੱਗਾ, ਜੀ ਜੇ ਤੁਸੀਂ ਕਾਲਜ ਮੇਰੇ ਨਾਮ ਤੇ ਬਣਾ ਦਿਓ ਤਾਂ ਸਹਾਇਤਾ ਦੇ ਸਕਦਾ, ਨਹੀਂ ਤਾਂ ਨਹੀਂ ਮਿਲੇਗੀ। ਇਸ ਤਰ੍ਹਾਂ ਕਈ ਅਮੀਰ ਬੰਦਿਆਂ ਨੇ ਵੀ ਕਿਹਾ ਵੀ ਸਹਾਇਤਾ ਤਾਂ ਮਿਲੇਗੀ ਜੀ ਸਾਡਾ ਨਾਂ ਜਿਹੜਾ ਸਾਡੇ ਨਾਂ ਤੇ ਕਾਲਜ ਰੱਖੋ, ਕਾਲਜ ਦਾ ਨਾਂ ਸਾਡੇ ਨਾਂ ਤੇ ਰੱਖੋ। ਹਉਮੈ ਹਮੇਸ਼ਾ ਹੀ ਇਨਸਾਨ ਦੇ ਅੰਦਰ ਰਹੀ ਹੈ। ਆਪਣਾ ਨਾਂ ਦੇਖਣ ਦੇ ਲਈ ਹਰ ਵਿਅਕਤੀ ਚਾਹੁੰਦਾ ਹੈ ਕਿ ਮੇਰਾ ਨਾਮ ਜਿਹੜਾ ਉਹ ਪਲੇਟਾਂ ਦੇ ਉੱਤੇ ਲੱਗ ਜਾਏ। ਉਹੀ ਕਾਰਨ ਹੈ ਕਿ ਅੱਜ ਗੁਰਦੁਆਰਾ ਸਾਹਿਬ ਵਿੱਚ ਪੱਖਿਆਂ ਦੇ ਉੱਤੇ ਟੰਗੇ ਹੋਏ, ਪੱਖਿਆਂ ਦੇ ਉੱਤੇ ਨਾਂ ਜਿਹੜੇ ਘੁੰਮਦੇ ਹੋਏ ਨਜ਼ਰ ਆਉਂਦੇ ਨੇ, ਪਿੱਛੇ ਛੁਪੀ ਹੋਈ ਹਉਮੈ ਹੀ ਹੁੰਦੀ ਹੈ। ਮਤ ਸਮਝਣਾ ਕਿ ਉਹਨਾਂ ਦੀ ਕੋਈ ਭਾਵਨਾ ਜਿਹੜੀ ਗੁਰਦੁਆਰੇ ਦੀ ਸੇਵਾ ਦੀ ਹੈ। ਲੱਗੇ ਹੋਏ ਪੱਥਰਾਂ ਦੀ ਪਰਿਕਰਮਾ 'ਚ ਲੱਗੇ ਹੋਏ ਪੱਥਰਾਂ ਦੇ ਉੱਤੇ ਉਕਰੇ ਹੋਏ ਨਾਮ ਵੀ ਵਿੱਚੋਂ ਵੀ ਇਹੋ ਕੁਝ ਹੀ ਨਜ਼ਰ ਆਉਂਦਾ ਹੈ। ਇਹ ਛੋਟੀਆਂ ਗੱਲਾਂ ਨਹੀਂ ਹਨ। ਮੈਂ ਇੱਕ ਘਟਨਾ ਪੜ੍ਹੀ ਸੀ, ਮੈਨੂੰ ਯਾਦ ਆਈ ਇਤਿਹਾਸ ਦੀ, ਕਿ ਇੱਕ ਬਜ਼ੁਰਗ ਮਾਤਾ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਗਈ ਔਰ ਪਰਿਕਰਮਾ ਦੇ ਬਾਰ-ਬਾਰ ਚੱਕਰ ਲਾ ਕੇ ਚੱਕਰ ਹੀ ਲਾਈ ਜਾ ਰਹੀ ਹੈ ਤੇ ਪੱਥਰਾਂ ਵੱਲ, ਇਕੱਲੇ ਪੱਥਰ ਵੱਲ ਬੜਾ ਨਿਗਾਹ ਲਾ ਕੇ ਦੇਖਦੀ ਹੈ। ਜਦੋਂ ਉਹਨੂੰ ਪੁੱਛਿਆ ਵੀ ਤੂੰ ਇਹ ਕੀ ਕਰਦੀ ਹੈ, ਕਿ ਕਹਿੰਦੀ ਸੀ ਮੈਂ ਪੱਥਰ, ਮੇਰੇ ਸੰਬੰਧੀਆਂ ਨੇ ਇੱਥੇ ਇੱਕ ਪੱਥਰ ਲਾਇਆ ਸੀ, ਉਹਨੂੰ ਲੱਭਦੀ ਹੈ, ਮੈਂ ਆਪਣੇ ਨਾਮ ਦਾ ਪੱਥਰ ਦੇਖਣਾ। ਇਹ ਹੈ ਸਾਡੀ ਸੋਚ। ਅਸੀਂ ਇਸ ਸੋਚ ਦੇ ਉੱਤੇ ਖੜੇ ਹਾਂ ਵੀ ਸਾਡੇ ਨਾਮ ਦੇ ਪੱਥਰ ਲੱਗੇ ਹੋਣ, ਸਾਡੇ ਨਾਮ ਦੇ ਪੱਖੇ ਦੇ ਉੱਤੇ ਸਾਡੇ ਨਾਮ ਪੱਖੇ ਉੱਤੇ ਘੁੰਮਦੇ ਹੋਣ। ਇੱਥੋਂ ਤੱਕ ਹੀ ਨਹੀਂ ਵੀ ਭਾਈ ਸਾਹਿਬ ਅਰਦਾਸ ਵਿੱਚ ਕਿਤੇ ਨਾ ਬੋਲਣਾ ਭੁੱਲ ਜਾਣ ਤਾਂ ਅਗਲੀ ਵਾਰੀ ਉਹਨਾਂ ਦਾ ਵੀ ਨਾਰਾਜ਼ਗੀ ਹੋ ਜਾਂਦੀ ਹੈ। ਪੈਸੇ ਹੀ ਨਹੀਂ, ਗੁਰਦੁਆਰਾ ਸਾਹਿਬ ਨੂੰ ਮਾਇਆ ਹੀ ਨਹੀਂ ਦੇਣੀ, ਭਾਵੇਂ ਅਮਰੀਕਾ ਹੈ ਤੇ ਭਾਵੇਂ ਇੰਡੀਆ ਹੈ, ਨਾਮ ਹਰ ਥਾਂ ਬੋਲਣ ਦਾ ਰਿਵਾਜ ਜਿਹੜਾ ਬਣਿਆ ਜਾਂਦਾ ਹੈ। ਤੇ ਜੇ ਭਾਈ ਗੁਰਮੁਖ ਸਿੰਘ ਜਦੋਂ ਚੰਦਾ ਮੰਗਣ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਇਹੋ ਹੀ ਜਵਾਬ ਮਿਲਦਾ ਹੈ ਕਿ ਜੇ ਤੁਸੀਂ ਮਹਾਰਾਜਾ ਫਰੀਦਕੋਟ ਕਹਿੰਦਾ ਮੇਰੇ ਨਾਮ ਤੇ ਕਾਲਜ ਬਣਾ ਦਿਓ ਤਾਂ ਮੈਂ ਚੌਖੀ ਸਹਾਇਤਾ ਦੇ ਸਕਦਾ। ਅਮੀਰਾਂ ਨੇ ਵੀ ਇਹੋ ਕਿਹਾ। ਭਾਈ ਗੁਰਮੁਖ ਸਿੰਘ ਨੇ ਇੱਕੋ ਹੀ ਜਵਾਬ ਦਿੱਤਾ, ਜੀ ਖਾਲਸਾ ਕਾਲਜ ਕੌਮ ਦਾ ਹੈ, ਖਾਲਸਾ ਕਾਲਜ ਸਾਂਝਾ ਹੈ, ਇਹਦਾ ਨਾਮ ਖਾਲਸਾ ਕਾਲਜ ਹੀ ਰਹੇਗਾ। ਤੁਸੀਂ ਚੰਦਾ ਦੇਣਾ ਹੈ ਦੇ ਦਿਓ, ਨਹੀਂ ਦੇਣਾ ਨਾ ਦਿਓ, ਪਰ ਨਾਮ ਜਿਹੜਾ ਹੈ ਉਹ ਇਹ ਕਾਲਜ ਕਿਸੇ ਨਾਮ ਤੇ ਨਹੀਂ ਬਣ ਸਕਦਾ। ਤਾਂ ਅਮੀਰਾਂ ਵਿੱਚੋਂ ਸਰਦਾਰ ਦਿਆਲ ਸਿੰਘ ਮਜੀਠੀਆ ਜਿਹੜੇ ਸੀ, ਉਹ ਵੀ ਇੱਕ ਕਾਫੀ ਅਮੀਰ ਸਨ। ਉਹਨਾਂ ਦੀ ਕੋਈ ਔਲਾਦ ਨਹੀਂ ਸੀ, ਉਹ ਆਪਣੇ ਲੱਖਾਂ ਦੀ ਸਾਰੀ ਜਾਇਦਾਦ ਜਿਹੜਾ ਕੌਮੀ ਪਾਸੇ ਲਾਉਣਾ ਚਾਹੁੰਦੇ ਸਨ। ਤੇ ਜਦੋਂ ਉਹਨਾਂ ਦੇ ਅੱਗੇ ਉਹਨਾਂ ਦੀ ਦਿਲੀ ਕਾਮਨਾ ਸੀ ਇਹ ਸੀ ਕਿ ਜੇ ਕਾਲਜ ਦਾ ਨਾਂ ਸਰਦਾਰ ਦਿਆਲ ਸਿੰਘ ਖਾਲਸਾ ਕਾਲਜ ਰੱਖ ਦਿੱਤਾ ਜਾਏ ਤਾਂ ਮੈਂ ਸਾਰੀ ਜਾਇਦਾਦ ਆਪਣੀ ਜਿਹੜੀ ਹੈ ਉਹ ਇਸ ਕਾਲਜ ਦੇ ਨਾਲ ਲਵਾ ਦਿੰਦਾ। ਉਹਨਾਂ ਨੇ ਆਪਣਾ ਇਹ ਪ੍ਰਸਤਾਵ ਵੀ ਗੁਰਮੁਖ ਸਿੰਘ ਜੀ ਦੇ ਰੱਖਿਆ, ਪਰ ਗੁਰਮੁਖ ਸਿੰਘ ਜੀ ਪੰਥਕ ਸੰਸਥਾ ਨੂੰ ਇੰਡੀਵਿਜੂਅਲ ਜਾਤੀ ਰੰਗਤ ਨਹੀਂ ਸੀ ਦੇਣਾ ਚਾਹੁੰਦੇ, ਜਾਂ ਇਹ ਕਹਿ ਲਈਏ
ਕਿ ਵਿਅਕਤੀਗਤ ਰੰਗਤ ਨਹੀਂ ਸੀ ਦੇਣਾ ਚਾਹੁੰਦੇ। ਇਸ ਲਈ ਉਹਨਾਂ ਨੇ ਦਿਆਲ ਸਿੰਘ ਦੀ ਮੰਗ ਵੀ ਜਿਹੜੀ ਸੀ ਅਪਰਵਾਨ ਕਰ ਦਿੱਤੀ, ਇਹ ਮਨਜ਼ੂਰ ਨਹੀਂ ਕੀਤੀ। ਇਹ ਬੜਾ ਉੱਚਾ ਕਿਰਦਾਰ ਹੈ, ਹੌਸਲਾ ਰੱਖਣਾ ਪੈਂਦਾ ਹੈ ਟੱਕਰ ਲੈਣ ਲਈ ਵੱਡਿਆਂ ਨਾਲ। ਅੱਜ ਤਾਂ ਮਲਕ ਭਾਗੋ ਹੋਵੇ, ਕੋਈ ਫਰਕ ਨਹੀਂ ਪੈਂਦਾ, ਪੈਸਾ ਮਿਲਣਾ ਚਾਹੀਦਾ। ਪਰ ਉਸ ਵੇਲੇ ਦੇ ਕਿਰਦਾਰ ਜਿਹੜੇ ਯਾਨੀ ਗੁਰਮੁਖ ਸਿੰਘ ਜੀ ਦਾ ਤੇ ਸਿੱਖ ਆਗੂਆਂ ਦਾ ਕਿਰਦਾਰ ਸੀ, ਉਹਦੇ ਵਿੱਚੋਂ ਸਾਨੂੰ ਇਹ ਸਬਕ ਲੈਣ ਦੀ ਲੋੜ ਹੈ ਕਿ ਕੌਮੀ ਕੰਮ ਵਿੱਚ ਜਾਤੀ ਨਾਮਾਂ ਦੀ ਹਉਮੈ ਦੀ ਲਿਸਟ ਨਹੀਂ ਚੱਕਣੀ ਚਾਹੀਦੀ। ਫਿਰ 1885 ਤੋਂ ਪਿੱਛੋਂ ਗੌਰਮੈਂਟ ਕਿਉਂਕਿ ਸਿੱਖਾਂ ਦੀ ਰਾਜ ਭਗਤੀ ਤੋਂ ਪ੍ਰਸੰਨ ਹੋ ਗਈ ਸੀ, ਇਸ ਲਈ ਖਾਲਸਾ ਦੀਵਾਨ ਲਾਹੌਰ ਨੂੰ ਇਸ ਵਿਦਿਅਕ ਲਹਿਰ ਨੂੰ ਤੋਰਨ ਦੇ ਲਈ ਹੋਰ ਵੀ ਥੋੜ੍ਹਾ ਜਿਹਾ ਉਤਸ਼ਾਹ ਮਿਲ ਗਿਆ। ਗੌਰਮੈਂਟ ਵੱਲੋਂ ਸਪੋਰਟ ਮਿਲਣੀ ਸ਼ੁਰੂ ਹੋਈ। 1889 ਦੇ ਵਿੱਚ ਖਾਲਸਾ ਕਾਲਜ ਅਸਥਾਪਨ ਕਮੇਟੀ ਬਣਾਈ ਗਈ। 1899 ਦੇ ਵਿੱਚ ਖਾਲਸਾ ਕਾਲਜ ਅਸਥਾਪਨ ਕਮੇਟੀ, ਇਸ ਕਮੇਟੀ ਦਾ ਪਹਿਲਾ ਇਕੱਠ 22 ਫਰਵਰੀ 1890 1890 ਆ 22 ਫਰਵਰੀ 1890 ਨੂੰ ਲਾਹੌਰ ਵਿੱਚ ਹੋਇਆ। ਸਰਕਾਰੀ ਹੁਕਮ ਦੇ ਨਾਲ ਇਲਾਕੇਵਾਰ ਚੰਦਾ ਇਕੱਠਾ ਕਰਨ ਲਈ ਲਿਸਟਾਂ ਬਣ ਗਈਆਂ ਤੇ ਸਿੱਖ ਅਮੀਰਾਂ ਦੇ ਪਾਸ ਗਵਰਨਮੈਂਟ ਵੱਲੋਂ ਬਕਾਇਦਾ ਸਰਕੂਲਰ ਭੇਜੇ ਗਏ। ਇੱਕ ਡੈਪੂਟੇਸ਼ਨ ਜਿਹਦੇ ਮੋਢੀ ਭਾਈ ਗੁਰਮੁਖ ਸਿੰਘ ਤੇ ਭਾਈ ਜਵਾਹਰ ਸਿੰਘ ਸਨ, ਉਹ ਚੰਦਾ ਇਕੱਠਾ ਕਰਨ ਲਈ ਸਿੱਖ ਮਹਾਰਾਜਾ ਪਾਸ ਪਹੁੰਚ ਗਿਆ। ਹੁਣ ਜਦੋਂ ਸਰਕਾਰ ਥੋੜ੍ਹੀ ਬਹੁਤੀ ਇਨਵਾਲਵ ਹੋਈ ਜਾਂ ਸਰਕਾਰ ਥੋੜ੍ਹੀ ਬਹੁਤੀ ਉੱਥੇ ਵਿੱਚ ਸ਼ਾਮਲ ਹੋਈ ਤੇ ਸਰਕਾਰ ਵੱਲੋਂ ਜਦੋਂ ਉਹ ਪੱਤਰ ਪਹੁੰਚੇ ਤਾਂ ਫਿਰ ਜਦੋਂ ਸਰਕਾਰ ਦੇ ਗੱਲ ਮੰਨਣੀ ਨਾ ਮੰਨਣੀ ਦਾ ਬੜਾ ਔਖਾ ਜਿਹਾ ਕੰਮ ਹੋ ਜਾਂਦਾ ਹੈ। ਤਾਂ ਉਹਨਾਂ ਨੇ ਜਦੋਂ ਸਰਕਾਰ ਦੇ ਕੋਲ ਸਰਕਾਰੀ ਦਰਬਾਰ ਤੋਂ ਪੱਤਰ ਹੋਏ ਇਸ ਲਹਿਰ ਦੇ ਲਈ ਵੀ ਇਸ ਲਹਿਰ ਦੇ ਵਿੱਚ ਚੱਲੇ ਸਾਨੂੰ ਚੰਦਾ ਸਿੱਖਾਂ ਨੂੰ ਦਿੱਤਾ ਜਾਵੇ, ਅਮੀਰਾਂ ਨੂੰ ਵੀ ਚਿੱਠੀਆਂ ਚੱਲ ਗਈਆਂ ਵੀ ਚੰਦਾ ਜਿਹੜਾ ਦਿੱਤਾ ਜਾਵੇ। ਤੇ ਜਦੋਂ ਹੁਣ ਭਾਈ ਗੁਰਮੁਖ ਸਿੰਘ ਤੇ ਭਾਈ ਜਵਾਹਰ ਸਿੰਘ ਜੀ ਜਦੋਂ ਹੁਣ ਮਹਾਰਾਜਾ ਦੇ ਪਾਸ ਚੰਦਾ ਇਕੱਠਾ ਕਰਨ ਜਾਂਦੇ ਹਨ ਤਾਂ ਫਿਰ ਮਹਾਰਾਜਾ ਪਟਿਆਲੇ ਨੇ ਸਭ ਤੋਂ ਪਹਿਲਾਂ 1.5 ਲੱਖ ਰੁਪਈਆ ਇਸ ਵਿੱਚ ਆਪਣਾ ਯੋਗਦਾਨ ਪਾਇਆ। ਉਹੀ ਜਿਹੜੇ ਪਹਿਲਾਂ ਆਪਣਾ ਨਾਮ ਦੀਆਂ ਕਹਾਣੀਆਂ ਜਾਂ ਨਾਮ ਦੇ ਸੋਹਲੇ ਗਾਉਂਦੇ ਸਨ, ਹੁਣ ਸਰਕਾਰੀ ਚਿੱਠੀਆਂ ਆਉਣ ਤੇ ਉਹ ਨਾਮ ਵੀ ਸੋਹਲਾ ਵੀ ਮਿਟ ਗਿਆ, ਨਾਮ ਦੀ ਲਾਲਸਾ ਵੀ ਮਿਟ ਗਈ, ਕਿਉਂਕਿ ਸਰਕਾਰ ਦਰਬਾਰ ਦੇ ਨਾਲ ਨਾਰਾਜ਼ਗੀ ਬੜੀ ਮਹਿੰਗੀ ਪੈਂਦੀ ਹੈ। ਤਾਂ ਉਹਨਾਂ ਨੇ 1.5 ਲੱਖ ਰੁਪਇਆ ਜਿਹੜਾ ਸੀ ਮਹਾਰਾਜਾ ਪਟਿਆਲਾ ਨੇ ਦਿੱਤਾ। ਇੱਥੋਂ ਫਿਰ ਖਾਲਸਾ ਕਾਲਜ ਦਾ ਮੁੱਢ ਜਿਹੜਾ ਸੀ ਵੱਜ ਜਾਂਦਾ ਹੈ। ਇਸ ਤੋਂ ਪਿੱਛੋਂ ਮਹਾਰਾਜਾ ਨਾਭਾ ਨੇ ਵੀ 1.5 ਲੱਖ ਰੁਪਇਆ 1,50,000 ਰੁਪਏ ਦਿੱਤੇ ਤੇ ਕੌਂਸਲ ਜੀਂਦ ਕੌਂਸਲ ਨੇ 75,000 ਰੁਪਏ ਜਿਹੜੇ ਸੀ ਦਿੱਤੇ ਤੇ ਮਹਾਰਾਜਾ ਕਪੂਰਥਲਾ ਨੇ 1 ਲੱਖ ਦਾ ਚੰਦਾ ਦਿੱਤਾ। ਤੇ ਅੰਗਰੇਜ਼ੀ ਇਲਾਕੇ ਵਿੱਚੋਂ ਹੋਰ ਵੀ ਕਾਫੀ ਸਹਾਇਤਾ ਜਿਹੜੀ ਸੀ ਮਿਲ ਗਈ। ਯਾਨੀ ਗੁਰਮੁਖ ਸਿੰਘ ਤੇ ਭਾਈ ਜਵਾਹਰ ਸਿੰਘ ਜੀ ਜਿਹੜੇ ਇਸ ਕੰਮ 'ਚ ਲੱਗੇ ਹੋਏ ਸਨ, ਉਹਨਾਂ ਨੂੰ ਕਾਫੀ ਸਹਾਇਤਾ ਜਿਹੜੀ ਇਸ ਕੰਮ ਦੇ ਵਿੱਚ ਹੋਰ ਵੀ ਮਿਲ ਗਈ। ਹੁਣ ਅਗਲਾ ਸਵਾਲ ਆ ਗਿਆ ਵੀ ਇਹ ਖਾਲਸਾ ਕਾਲਜ ਬਣੇ ਕਿੱਥੇ? ਬੜੇ ਔਖਾ ਜਿਹਾ ਸਵਾਲ ਸੀ। ਕਈ ਲੱਖ ਰੁਪਏ ਜਦੋਂ ਜਮ੍ਹਾਂ ਹੋਣ ਤੇ ਇਹ ਵਿਚਾਰ ਚਰਚਾ ਚੱਲ ਪਈ ਵੀ ਹੁਣ ਪੈਸਾ ਆ ਗਿਆ ਤੇ ਹੁਣ ਕਾਲਜ ਬਣਾਉਣਾ ਕਿੱਥੇ ਹੈ? ਵੀ ਦੋ ਹੀ ਸਥਾਨ ਹੈ, ਜਾਂ ਲਾਹੌਰ ਬਣੇ ਜਾਂ ਅੰਮ੍ਰਿਤਸਰ ਬਣੇ। ਖਾਲਸਾ ਦੀਵਾਨ ਲਾਹੌਰ ਦੇ ਮੋਢੀਆਂ ਦੀ ਰਾਏ ਇਹ ਸੀ ਕਿ ਇਹ ਸਾਡੇ ਇਸ ਜੋ ਜ਼ਿਆਦਾ ਯੋਗਦਾਨ ਹੈ ਇਹ ਲਾਹੌਰ ਬਣਨਾ ਚਾਹੀਦਾ ਹੈ। ਗਵਰਨਮੈਂਟ ਵੀ ਇਹ ਵੀ ਚਾਹੁੰਦੀ ਸੀ ਕਿ ਇਹ ਜਿਹੜਾ ਖਾਲਸਾ ਕਾਲਜ ਹੈ ਇਹ ਲਾਹੌਰ ਦੇ ਵਿੱਚ ਬਣੇ। ਤੇ ਗਵਰਨਮੈਂਟ ਕਾਲਜ ਦੇ DAV ਕਾਲਜ ਦੇ ਨੇੜੇ ਤੇੜੇ ਜਗ੍ਹਾ ਦੇਣ ਲਈ ਵੀ ਤਿਆਰ ਹੋ ਗਈ। ਇਹ ਦੇਖ ਕੇ ਆਰੀਆ ਸਮਾਜੀਆਂ ਨੂੰ ਕਹਿੰਦੇ ਨੇ ਪਿੱਸੂ ਪੈ ਗਏ। ਆਰੀਆ ਸਮਾਜੀਆਂ ਨੂੰ ਪਿੱਸੂ ਪੈ ਗਏ ਕਿ ਆਰੀਆ ਸਮਾਜੀਆਂ ਨੂੰ ਇਸ ਦੇਖ ਕੇ ਪਿੱਸੂ ਪੈ ਗਏ ਵੀ ਜੇ ਸਾਡੇ ਨੇੜੇ ਕਾਲਜ ਬਣ ਗਿਆ ਤੇ ਸਾਡਾ ਤਾਂ ਕੰਮ ਜਿਹੜਾ ਬੰਦ ਹੋ ਜਾਏਗਾ, ਜਾਂ ਸਾਡਾ ਤਾਂ ਅੱਗੇ ਹੀ ਸਾਨੂੰ ਪੈਸਾ ਕੋਈ ਨਹੀਂ ਮਿਲਦਾ। ਉਹਨਾਂ ਨੇ ਇਹ ਸੋਚ ਲਿਆ ਵੀ ਜੇ ਖਾਲਸਾ ਕਾਲਜ ਲਾਹੌਰ ਬਣ ਗਿਆ ਤਾਂ ਫਿਰ DAV ਕਾਲਜ ਦੀ ਸਕੀਮ ਜਿਹੜੀ ਉਹ ਤਾਂ ਫੇਲ ਹੋ ਜਾਏਗੀ, ਧਰੀ ਧਰਾਈ ਰਹਿ ਜਾਏਗੀ, ਕਿਉਂਕਿ ਉਹ DAV ਕਾਲਜ ਬਣਾਉਣਾ ਚਾਹੁੰਦੇ ਸਨ। ਕਿਉਂਕਿ ਇੰਨਾ ਚੰਦਾ ਇਕੱਠਾ ਉਹਨਾਂ ਦੇ ਕੋਲ ਇੰਨਾ ਚੰਦਾ ਇਕੱਠਾ ਕਰਨ ਦੀ ਤਾਕਤ ਨਹੀਂ ਸੀ। ਬੜੀ ਮੁਸ਼ਕਿਲ ਨਾਲ ਉਹਨਾਂ ਨੇ ਕਹਿੰਦੇ ਨੇ ਚਵਾਨੀਆਂ ਦਵਾਨੀਆਂ ਉਸ ਵੇਲੇ ਇਤਿਹਾਸ ਲਿਖਦਾ ਵੀ ਉਸ ਵੇਲੇ
ਉਹਨਾਂ ਨੂੰ ਤਾਂ ਚਵਾਨੀਆਂ ਦੁਆਨੀਆਂ ਹੀ ਜਿਹੜੀਆਂ ਸਨ ਉਹ ਹੀ ਮਿਲਦੀਆਂ ਸਨ। ਚਵਾਨੀਆਂ ਦੁਆਨੀਆਂ ਦੇ ਵਿੱਚ ਇਕੱਠੀਆਂ ਕਰ ਕਰਕੇ ਉਹ ਤਾਂ ਅੱਗੇ ਕੰਮ ਚਲਾਉਂਦੇ ਸਨ। ਡੀਏਵੀ ਸਕੂਲ ਬੜੀ ਮੁਸ਼ਕਿਲ ਨਾਲ ਚੱਲਦਾ ਸੀ, ਪਰ ਸਿਆਣੇ ਬੜੇ ਸੀ, ਛਾਤਰ ਬੜੇ ਸਨ। ਅੱਜ ਦੀ ਤਰੀਕ ਵਿੱਚ ਇਹੋ ਕੁਝ ਵਾਪਰਦਾ। ਸਿਆਣੇ ਹੋਣ ਕਰਕੇ ਉਹਨਾਂ ਨੇ ਸਿੱਖਾਂ ਦੀ ਜਿਹੜੀ ਆਪਸੀ ਧੜੇਬੰਦੀ ਸੀ ਉਹਨੂੰ ਮਹਿਸੂਸ ਕਰ ਲਿਆ ਵੀ ਸਿੱਖਾਂ ਦੀ ਆਪਸੀ ਧੜੇਬੰਦੀ ਹੈ, ਇੱਕ ਅੰਮ੍ਰਿਤਸਰੀ ਧੜਾ ਹੈ, ਇੱਕ ਲਾਹੌਰ ਧੜਾ ਹੈ, ਉਹਦਾ ਕੁਝ ਫਾਇਦਾ ਉਠਾਇਆ ਜਾਏ। ਖਾਲਸਾ ਦੀਵਾਨ ਅੰਮ੍ਰਿਤਸਰ ਦੇ ਮੈਂਬਰ ਜਿਹੜੇ ਕੁਝ ਦਿਨ ਪਹਿਲਾਂ ਹੀ ਅਜੇ ਪ੍ਰਚਾਰ ਕਰਕੇ ਗਏ ਸਨ ਕਿ ਭਾਈ ਗੁਰਮੁਖ ਸਿੰਘ ਨੂੰ ਕਿਉਂਕਿ ਅਕਾਲ ਤਖਤ ਤੋਂ ਛੇਕਿਆ ਹੋਇਆ ਹੈ, ਇਸ ਲਈ ਉਹਨੂੰ ਸਹਾਇਤਾ ਨਾ ਦਿੱਤੀ ਜਾਏ। ਉਹਨਾਂ ਇਹ ਦੇਖਿਆ ਵੀ ਇਹ ਜਿਹੜਾ ਖਾਲਸਾ ਦੀਵਾਨ ਲਾਹੌਰ ਹੈ, ਇਹ ਇਸ ਗੱਲ ਨਾਲ ਖਾਲਸਾ ਕਾਲਜ ਬਣਾਉਣ ਲਈ ਤਾਂ ਸਹਿਮਤ ਹੈ, ਲੇਕਿਨ ਗਿਆਨੀ ਗੁਰਮੁਖ ਸਿੰਘ ਤੋਂ ਬੜਾ ਔਖਾ ਹੈ, ਕਿਉਂਕਿ ਉਹਨਾਂ ਨੇ ਉਹਨੂੰ ਜੋ ਪੰਥ ਵਿੱਚੋਂ ਛੁਕਵਾਇਆ ਸੀ, ਅਕਾਲ ਤਖਤ ਤੋਂ ਛੁਕਵਾਇਆ ਗਿਆ ਸੀ, ਤੇ ਉਹਦਾ ਅਸਰ ਕੋਈ ਨਾ ਹੋਇਆ ਸਿੱਖਾਂ ਦੇ ਉੱਤੇ। ਪਰ ਹੁਣ ਉਹਨਾਂ ਨੇ ਜਿਹੜੀ ਸਕੀਮ ਇਹ ਖੇਡੀ ਕਿ ਇਹਦਾ ਕੁਛ ਨਾ ਕੁਛ ਹੱਲ ਜਿਹੜਾ ਇਸ ਢੰਗ ਨਾਲ ਲੱਭਿਆ ਜਾਏ। ਤਾਂ ਇਸ ਖਿਆਲ ਨਾਲ ਉਹਨਾਂ ਨੇ ਫਿਰ ਇੱਕ ਅੰਮ੍ਰਿਤਸਰ ਧੜੇ ਨੂੰ ਚੁੱਕਿਆ ਤੇ ਉਹਨਾਂ ਨੇ ਫਿਰ ਖਾਲਸਾ ਕਾਲਜ ਅੰਮ੍ਰਿਤਸਰ ਖੋਲ੍ਹਣ ਲਈ ਇਸ਼ਤਿਹਾਰ ਛਾਪ ਦਿੱਤੇ। ਅੰਮ੍ਰਿਤਸਰ ਧੜੀ ਨੇ ਆਰੀਆ ਸਮਾਜੀਆਂ ਦੇ ਨਾਲ ਰਲ ਕੇ ਇੱਕ ਨਵਾਂ ਪ੍ਰੋਪੋਗੰਡਾ ਜਿਹੜਾ ਸੀ ਸ਼ੁਰੂ ਹੋ ਗਿਆ। ਇਸ ਗੱਲ ਤੇ ਜ਼ੋਰ ਦੇਣ ਲੱਗ ਪਏ ਕਿ ਕਿਉਂਕਿ ਅੰਮ੍ਰਿਤਸਰ ਗੁਰੂ ਕੀ ਨਗਰੀ ਹੈ, ਇਸ ਲਈ ਖਾਲਸਾ ਕਾਲਜ ਇੱਥੇ ਬਣਨਾ ਚਾਹੀਦਾ ਹੈ, ਕਿਉਂਕਿ ਗੁਰੂ ਦੀ ਨਗਰੀ ਵਿੱਚ ਹੀ ਖਾਲਸਾ ਕਾਲਜ ਬਣਨਾ ਚਾਹੀਦਾ। ਤਾਂ ਉਹਨਾਂ ਨੇ ਕਾਫੀ ਜ਼ੋਰ ਜਿਹੜਾ ਇਸ ਪਾਸੇ ਲਾਉਣਾ ਸ਼ੁਰੂ ਕਰ ਦਿੱਤਾ। ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਇਸ ਲਈ ਉਹਨਾਂ ਨੇ ਗੇੜੇ ਮਾਰਨੇ ਸ਼ੁਰੂ ਕਰਤੇ, ਚੱਕਰ ਮਾਰਨੇ ਸ਼ੁਰੂ ਕਰ ਦਿੱਤੇ ਵੀ ਕਿਉਂਕਿ ਇੱਥੇ ਬਣੇ ਪਿੰਡਾਂ ਦੇ ਲੋਕਾਂ ਕੋਲ ਜਾ ਕੇ ਜਿਹੜੀਆਂ ਬਣੇ ਹੁੰਦੇ ਮੋਹਰੀ ਹਨ ਪਿੰਡਾਂ ਦੇ, ਉਹਨਾਂ ਕੋਲ ਜਾ ਕੇ ਦਸਤਖਤ ਕਰਾਉਣੇ ਸ਼ੁਰੂ ਕਰ ਦਿੱਤੇ। ਤੇ ਗਵਰਨਮੈਂਟ ਦੇ ਕੋਲ ਇੱਕ ਮੈਮੋਰੈਂਡਮ ਜਿਹੜਾ ਸੀ ਉਹ ਭੇਜ ਦਿੱਤਾ। ਸੈਂਕੜੇ ਟੈਲੀਗ੍ਰਾਮ ਜਿਹੜੀਆਂ ਤਾਰਾਂ ਕਹਿੰਦੇ ਸੀ ਉਹ ਵੀ ਦਵਾ ਦਿੱਤੀਆਂ। ਪਹਿਲਾਂ ਤਾਂ ਗਵਰਨਮੈਂਟ ਨੇ ਸਿੱਖਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਗੱਲ ਠੀਕ ਨਹੀਂ, ਪਰ ਮਜਬੂਰ ਹੋ ਕੇ ਜਦੋਂ ਬਹੁਤਾ ਦਬਾਅ ਪੈ ਗਿਆ ਤਾਂ ਸਰਕਾਰ ਨੇ ਵੀ ਅੰਮ੍ਰਿਤਸਰ ਦੇ ਹੱਕ 'ਚ ਫੈਸਲਾ ਜਿਹੜਾ ਸੀ ਕਰ ਲਿਆ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੇ ਤੁਸੀਂ ਕਾਲਜ ਅੰਮ੍ਰਿਤਸਰ ਵਿੱਚ ਵੀ ਬਣਾ ਲਓ। ਅੰਮ੍ਰਿਤਸਰ ਜਦੋਂ ਹੁਣ ਫਿਰ ਇਹ ਸਵਾਲ ਪੈਦਾ ਹੋ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਕਾਲਜ ਕਿੱਥੇ ਬਣਾਇਆ ਜਾਏ। ਗਵਰਨਮੈਂਟ ਤਾਂ ਰੇਲਵੇ ਸਟੇਸ਼ਨ ਦੇ ਨਾਲ ਹੀ ਰਾਮ ਬਾਗ ਦੀ ਜ਼ਮੀਨ ਦੇਣ ਲਈ ਤਿਆਰ ਸੀ। ਜਿਹੜਾ ਰਾਮ ਬਾਗ ਹੈ, ਜਿਹੜਾ ਅੰਮ੍ਰਿਤਸਰ 'ਚ ਜਿਹੜੇ ਰਹਿਣ ਵਾਲੇ ਹਨ ਜਾਂ ਉੱਥੇ ਰਹਿੰਦੇ ਹਨ ਉਹਨਾਂ ਨੂੰ ਪਤਾ ਹੈ, ਉਹ ਕਹਿੰਦੇ ਸੀ ਵੀ ਰੇਲਵੇ ਸਟੇਸ਼ਨ ਦੇ ਨੇੜੇ ਰਾਮ ਬਾਗ ਦੀ ਜ਼ਮੀਨ ਜਿਹੜੀ ਹੈ ਉਹ ਇਹ ਸ਼ੁਭ ਕਾਰਜ ਹੈ, ਸ਼ਹਿਰ ਦੇ ਵਿੱਚ ਹੀ ਜ਼ਮੀਨ ਜਿਹੜੀ ਹੈ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਪਰ ਕੁਝ ਆਗੂਆਂ ਨੇ ਸੋਚਿਆ ਕਿ ਸ਼ਹਿਰ ਦੇ ਨੇੜੇ ਜੇ ਕਾਲਜ ਬਣ ਗਿਆ ਤਾਂ ਵਿਦਿਆਰਥੀਆਂ ਦਾ ਅਚਰ ਜਿਹੜਾ ਉੱਤੇ ਸ਼ਹਿਰੀ ਪ੍ਰਭਾਵ ਪੈ ਜਾਏਗਾ ਤੇ ਅਸਰ ਬੜਾ ਮਾੜਾ ਪਏਗਾ। ਸੋਚ ਕਈਆਂ ਦੀ ਛੋਟੀ ਹੁੰਦੀ ਹੈ ਨਾ, ਇਸ ਲਈ ਅੰਮ੍ਰਿਤਸਰ ਤੋਂ ਕਹਿੰਦੇ ਵੈਸਟ ਸਾਈਡ ਪੱਛਮ ਵਾਲੇ ਪਾਸੇ 4 ਮੀਲ ਤੇ ਲਾਹੌਰ ਜਾਣ ਵਾਲੀ ਜਿਹੜੀ ਸੜਕ ਦੇ ਸੱਜੇ ਹੱਥ ਇੱਕ ਜਗ੍ਹਾ ਹੈ, ਉਹ ਪਿੰਡ ਦਾ ਨਾਂ ਸੀ ਕੋਟ ਸੈਦ ਮਹਿਮੂਦ। ਉੱਥੋਂ ਦੇ ਜ਼ਿਮੀਂਦਾਰਾਂ ਤੋਂ 100 ਏਕੜ ਜ਼ਮੀਨ ਜਿਹੜੀ ਸੀ ਖਰੀਦ ਲਈ, ਜਿੱਥੇ ਅੱਜ ਖਾਲਸਾ ਕਾਲਜ ਅੰਮ੍ਰਿਤਸਰ ਬਣਿਆ ਹੋਇਆ ਹੈ। ਉੱਥੇ ਉਹ ਜ਼ਮੀਨ ਖਰੀਦੀ ਤੇ 5 ਮਾਰਚ 1892 ਨੂੰ ਇਹ ਸਰ ਜੇਮਜ਼ ਲਾਇਲ ਲਾਟ ਸਾਹਿਬ ਦੇ ਹੱਥੀਂ ਇਸ ਖਾਲਸਾ ਕਾਲਜ ਦੀ ਨੀਂਹ ਜਿਹੜੀ ਸੀ ਉਹ ਰੱਖੀ ਗਈ। ਤਾਂ 5 ਮਾਰਚ ਸਨ 1892 ਨੂੰ 1892 ਉਹ ਜਿਹੜੀ ਮਿਹਨਤ ਸੀ ਸਿੱਖਾਂ ਦੀ ਵਿਦਿਅਕ ਲਹਿਰ ਦੀ, ਅੱਜ ਉਸ ਨੂੰ ਬੂਰ ਲੱਗਾ ਹੈ। 13 ਸਾਲ ਮਿਹਨਤ ਕੀਤੀ ਸਿੱਖ ਆਗੂਆਂ ਨੇ। 1880 ਤੋਂ ਲੈ ਕੇ 79 ਤੋਂ ਲੈ ਕੇ ਸ਼ੁਰੂ ਹੋਇਆ ਔਰ 1892 ਵਿੱਚ ਜਾ ਕੇ ਉਸ ਮਿਹਨਤ ਨੂੰ ਬੂਰ ਲੱਗਾ ਜਿਹੜੀ ਗਿਆਨੀ ਗੁਰਮੁਖ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ, ਗਿਆਨੀ ਦਿੱਤ ਸਿੰਘ ਤੇ ਹੋਰ ਸਾਥੀਆਂ ਨੇ ਜਿਹੜੀ ਉਹ ਕੀਤੀ ਸੀ। ਤਾਂ 5 ਮਾਰਚ 1892 ਨੂੰ ਇਹ ਨੀਂਹ ਪੱਥਰ ਜਿਹੜਾ ਸੀ ਖਾਲਸਾ ਕਾਲਜ ਅੰਮ੍ਰਿਤਸਰ ਦਾ ਰੱਖਿਆ ਗਿਆ। ਕਾਲਜ ਦੇ ਅਹੁਦੇਦਾਰ ਯੂਰਪੀਅਨ ਅਫਸਰ, ਜਿਨ੍ਹਾਂ ਵਿੱਚ ਮਿਸਟਰ ਜੇ ਸਾਈਮ, ਡਾਇਰੈਕਟਰ ਆਫ ਪਬਲਿਕ ਇੰਸਟਰਕਸ਼ਨ ਪੰਜਾਬ, ਮਿਸਟਰ ਜੇਸੀ ਓਮਨ, ਕਰਨਲ ਹਲਰਾਈਡ, ਸਰ ਵਿਲੀਅਮ ਰੈਟਿੰਗਨ, ਇਹ ਕੁਝ ਨਾਮ ਹਨ ਜਿਹੜੇ ਉਸ ਵੇਲੇ ਅਹੁਦੇਦਾਰਾਂ ਵਿੱਚ ਵੀ ਸ਼ਾਮਿਲ ਕੀਤੇ ਗਏ। ਭਾਈ ਗੁਰਮੁਖ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ
ਇਹਨਾਂ ਜਿਹੜੇ ਯੂਰਪੀਅਨ ਅਫਸਰ ਸਨ, ਇਹਨਾਂ ਨੇ ਬੜੀ ਮਦਦ ਕੀਤੀ ਤੇ ਮੋਢੇ ਨਾਲ ਮੋਢਾ ਜੋੜ ਕੇ ਭਾਈ ਗੁਰਮੁਖ ਸਿੰਘ ਦੇ ਨਾਲ ਇਸ ਵਿਦਿਅਕ ਸੰਸਥਾ ਦੀ ਕਾਮਯਾਬੀ ਲਈ ਬਹੁਤ ਜ਼ਿਆਦਾ ਇਹਨਾਂ ਨੇ ਉਪਰਾਲੇ ਕੀਤੇ, ਜਿਨ੍ਹਾਂ ਦੇ ਨਾਮ ਮਿਲਦੇ ਹਨ। ਇਸ ਲਈ ਉਹਨਾਂ ਵਿੱਚੋਂ ਸਰ ਜਿਹੜਾ ਵਿਲੀਅਮ ਰੈਟਿੰਗਨ ਸੀ, ਇਸ ਕਾਲਜ ਦਾ ਪ੍ਰਧਾਨ, ਤੇ ਮਿਸਟਰ ਜੇਸੀ ਓਮਨ ਜਿਹੜਾ ਸੀ ਉਹ ਪ੍ਰਿੰਸੀਪਲ ਬਣਿਆ। ਤੋਂ ਪਹਿਲਾ ਪ੍ਰਧਾਨ ਜਿਹੜਾ ਸੀ ਉਹ ਮਿਸਟਰ ਵਿਲੀਅਮ ਰੈਟਿੰਗਨ, ਤੇ ਜਿਹੜਾ ਪਹਿਲਾ ਪ੍ਰਿੰਸੀਪਲ ਸੀ ਉਹ ਜੇਸੀ ਓਮਨ, ਉਹ ਇਸ ਖਾਲਸਾ ਕਾਲਜ ਦਾ ਨਿਯਤ ਹੋਇਆ। ਤੇ ਖਾਲਸਾ ਕਾਲਜ ਲਾਹੌਰ ਦੇ ਮੋਢੀਆਂ ਵਿੱਚ ਸਰ ਜਵਾਹਰ ਸਿੰਘ ਜੀ, ਜਿਨ੍ਹਾਂ ਨੇ ਭਾਈ ਗੁਰਮੁਖ ਸਿੰਘ ਜੀ ਦੇ ਨਾਲ ਚੰਦਾ ਇਕੱਠਾ ਕਰਨ ਦੇ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਸੀ, ਉਹਨਾਂ ਨੂੰ ਖਾਲਸਾ ਕਾਲਜ ਕੌਂਸਲ ਦਾ ਸੈਕਟਰੀ ਸਕੱਤਰ ਬਣਾਇਆ ਗਿਆ। ਤਾਂ ਸਿੱਖ ਸਕੱਤਰ ਜੋ ਪਹਿਲੇ ਹੋਏ ਖਾਲਸਾ ਕਾਲਜ ਦੇ, ਉਹ ਭਾਈ ਸਾਹਿਬ ਭਾਈ ਜਵਾਹਰ ਸਿੰਘ ਜੀ ਬਣੇ। ਸਨ 1893 ਦੇ ਵਿੱਚ ਇੱਥੇ ਖਾਲਸਾ ਕਾਲਜ ਸਕੂਲ, ਹੁਣ ਕਾਲਜ ਦੇ ਖੋਲ੍ਹਣ ਦੇ ਲਈ ਉੱਥੇ ਖਾਲਸਾ ਕਾਲਜ ਸਕੂਲ ਖੁੱਲਿਆ ਤੇ 8ਵੀਂ ਤੱਕ ਪਹਿਲਾਂ ਪੜ੍ਹਾਈ ਸ਼ੁਰੂ ਕੀਤੀ। ਫਿਰ 1896 ਦੇ ਵਿੱਚ 1896 ਦੇ ਵਿੱਚ ਇਹ 11ਵੀਂ ਤੱਕ, ਜਿਹਨੂੰ FA ਕਿਹਾ ਜਾਂਦਾ ਸੀ ਉਸ ਵੇਲੇ, ਤੇ ਮੇਰਾ ਖਿਆਲ ਹੈ ਜੀ, ਮੈਨੂੰ ਜਿੰਨੀ ਕੁ ਜਾਣਕਾਰੀ ਹੈ FA 11ਵੀਂ ਨੂੰ ਕਿਹਾ ਜਾਂਦਾ ਸੀ। ਸਾਡੇ ਵੇਲੇ ਹਾਇਰ ਸੈਕੰਡਰੀ ਬਣ ਗਈ, ਤਾਂ ਇਸ ਤੋਂ ਪਹਿਲਾਂ ਉਸ ਨੂੰ FA ਕਿਹਾ ਜਾਂਦਾ ਸੀ। ਤੇ ਉਸ ਤੋਂ ਬਾਅਦ ਫਿਰ ਕਾਲਜਾਂ ਵਿੱਚ ਉਹਨੂੰ ਪ੍ਰੈਪ ਕਹਿਣ ਲੱਗ ਪਏ। ਫਿਰ +2 ਦਾ ਸਿਸਟਮ ਜਿਹੜਾ ਸੀ ਪੜ੍ਹਾਈ ਦਾ ਆ ਗਿਆ। ਇਹ 11ਵੀਂ ਦੀ ਪੜ੍ਹਾਈ ਜਿਹੜੀ ਸੀ, ਇਹ ਕਲਾਸਾਂ 11ਵੀਂ ਤੱਕ ਜਿਹੜੀਆਂ ਸੀ ਸ਼ੁਰੂ ਹੋ ਗਈਆਂ। ਇਸ ਤੋਂ 3 ਸਾਲ ਮਗਰੋਂ ਫਿਰ ਇਸ ਕਾਲਜ ਦੀ ਪੜ੍ਹਾਈ BA ਤੱਕ, ਤੇ ਫਿਰ FSC ਤੇ BSc ਤੱਕ ਜਾ ਪਹੁੰਚੀ। ਸਰਦਾਰ ਸੁੰਦਰ ਸਿੰਘ ਮਜੀਠਾ ਨੇ ਬਹੁਤ ਸੇਵਾ ਕੀਤੀ, ਤਨ ਮਨ ਧਨ ਨਾਲ ਇਸ ਕਾਲਜ ਦੀ ਬਣਾਉਣ ਦੇ ਵਿੱਚ ਸੇਵਾ ਕੀਤੀ, ਔਰ 29 ਦੇ ਲਈ ਵੀ ਉਹਨਾਂ ਨੇ ਆਪਣਾ ਬਹੁਤ ਤਕੜਾ ਯੋਗਦਾਨ ਪਾਇਆ। ਇਸ ਤਰ੍ਹਾਂ ਇਹ ਕਹਿ ਸਕਦੇ ਹਾਂ ਵੀ ਸਿੱਖਾਂ ਦੀ ਇੱਕ ਅਦੁੱਤੀ ਵਿਦਿਅਕ ਸੰਸਥਾ, ਜੋ ਇੱਕ ਗਰੀਬ ਸਿੱਖ ਨੇ ਸ਼ੁਰੂ ਕੀਤੀ ਸੀ। ਮੈਂ ਗਰੀਬ ਇਸ ਕਰਕੇ ਵਰਤ ਰਿਹਾ ਵੀ ਆਰਥਿਕ ਤੰਗੀ ਦੇ ਵਿੱਚੋਂ ਲੰਘਿਆ ਹੋਇਆ ਸਿੱਖ ਗੁਰਮੁਖ ਸਿੰਘ, ਸੱਚਮੁੱਚ ਹੀ ਅੰਦਰ ਨੂੰ ਤਸੱਲੀ ਹੁੰਦੀ ਹੈ ਜਦੋਂ, ਹਾਂਜੀ, FA ਦਾ ਮਤਲਬ ਜੀ ਫੈਲੋ ਆਫ ਆਰਟਸ। ਫੈਲੋ ਆਫ ਆਰਟਸ 11ਵੀਂ ਤੱਕ ਦੀ ਪੜ੍ਹਾਈ ਨੂੰ ਉਸ ਵੇਲੇ ਕਿਹਾ ਜਾਂਦਾ ਸੀ, ਜਦੋਂ ਬਾਅਦ ਵਿੱਚ ਇਹਨੂੰ ਹਾਇਰ ਸੈਕੰਡਰੀ ਕਹਿਣ ਲੱਗ ਪਏ, 10ਵੀਂ ਜਿਹੜਾ ਸੀ ਉਹ ਕਿਹਾ ਜਾਂਦਾ ਸੀ। ਤਾਂ ਇਹ ਫੈਲੋ ਆਫ ਆਰਟਸ ਹੈ ਜੀ ਫੁੱਲ ਫਾਰਮ ਜਿਹੜੀ FA ਦੀ। ਤਾਂ ਸੁੰਦਰ ਸਿੰਘ ਮਜੀਠੀਆ ਨੇ ਤਨ ਮਨ ਨਾਲ ਇਹਦੀ ਸੇਵਾ ਕੀਤੀ। ਇੱਕ ਅਦੁੱਤੀ ਵਿਦਿਅਕ ਸੰਸਥਾ ਸੀ ਸਿੱਖਾਂ ਦੀ। ਉਹ ਵਿਚਾਰਾ ਗਰੀਬ ਸਿੱਖ, ਆਰਥਿਕ ਤੌਰ ਤੇ ਤਸੀਹੇ ਝੱਲਣ ਵਾਲਾ, ਉਹਦੀਆਂ ਕੁਰਬਾਨੀਆਂ ਨੂੰ ਅੱਜ ਫਲ ਲੱਗਾ ਹੈ ਇਸ ਖਾਲਸਾ ਕਾਲਜ ਦੇ ਚੱਲਣ ਦੇ ਨਾਲ। ਤਾਂ ਫਿਰ ਇਹ ਕਾਲਜ ਜਿਹੜਾ ਸੀ, ਮੈਂ ਇਹ ਕਹਿ ਸਕਦਾ ਹਾਂ ਕਿ ਇਹ ਕਾਲਜ ਇੱਕ ਸ਼ਾਹੀ ਕਾਲਜ ਦੀ ਸ਼ਕਲ ਵਿੱਚ ਜਿਹੜਾ ਸੀ ਹੌਲੀ ਹੌਲੀ ਬਦਲ ਗਿਆ, ਜਿਹੜਾ ਸੀ ਇਹ ਕਾਲਜ ਖਾਲਸਾ ਕਾਲਜ। ਦੁਖਾਂਤ ਹੈ ਅਸੀਂ ਆਪਣੀਆਂ ਉਸ ਵਿਦਿਅਕ ਸੰਸਥਾਵਾਂ ਨੂੰ ਸੰਭਾਲ ਨਹੀਂ ਸਕੇ। ਜਿਸ ਕਾਰਜ ਲਈ ਅਸੀਂ ਉਹ ਕਾਲਜ ਬਣਾਏ, ਉਹ ਵਿਦਿਅਕ ਸੰਸਥਾਵਾਂ ਬਣਾਈਆਂ, ਜਿਸ ਮਕਸਦ ਨੂੰ ਰੱਖ ਕੇ ਇਹ ਖਾਲਸਾ ਕਾਲਜ ਬਣਿਆ ਸੀ, ਕੁਝ ਸਮਾਂ ਤਾਂ ਮਕਸਦ ਪੂਰਾ ਹੁੰਦਾ ਰਿਹਾ, ਪਰ ਜਦੋਂ ਰਾਜਨੀਤਿਕ ਦਖਲਅੰਦਾਜ਼ੀ ਇਹਦੇ ਵਿੱਚ ਵੱਧ ਗਈ, ਤੇ ਸ਼ਾਇਦ ਮੈਨੂੰ ਤਾਂ ਯਾਦ ਆਉਂਦਾ ਹੈ ਵੀ ਜਿੰਨੇ ਕੁ ਵਿਦਵਾਨ ਅਸੀਂ ਪੜ੍ਹਦੇ ਹਾਂ, ਉਹ ਖਾਲਸਾ ਕਾਲਜ ਦੇ ਵਿੱਚ ਜਾਂ ਪੜ੍ਹਦੇ ਰਹੇ ਜਾਂ ਪ੍ਰੋਫੈਸਰ ਲੱਗੇ ਰਹੇ ਜਾਂ ਕਈ ਕਿਸੇ ਉਹਨਾਂ ਦੀ ਜੀਵਨੀ ਦੇ ਵਿੱਚੋਂ ਖਾਲਸਾ ਕਾਲਜ ਦਾ ਨਾਮ ਜ਼ਰੂਰ ਚਮਕਦਾ ਹੈ। ਦੁਖਾਂਤ ਕਿ ਅੱਜ ਉਹ ਸਟੈਂਡਰਡ ਸਾਡੀਆਂ ਪੰਥਕ ਸੰਸਥਾਵਾਂ ਦਾ, ਜਿਹੜੀਆਂ ਅਸੀਂ ਪੰਥਕ ਕਹਿੰਦੇ ਹਾਂ, ਜਾਂ ਇਹਨਾਂ ਨੂੰ ਖਾਲਸਾ ਕਾਲਜ ਦਾ ਨਾਮ ਜਿਨ੍ਹਾਂ ਦਾ ਲੱਗ ਜਾਂਦਾ ਹੈ, ਉਹ ਨਾ ਰੱਖ ਸਕੇ, ਕਾਇਮ ਨਾ ਰੱਖ ਸਕੇ। ਇੱਥੋਂ ਤੱਕ ਕਿ ਖਾਲਸਾ ਕਾਲਜ ਦੇ ਉਸ ਮਿਆਰ ਨੂੰ, ਉਸ ਸਟੈਂਡਰਡ ਨੂੰ, ਨਤੀਜਾ ਇਹ ਨਿਕਲਿਆ ਕਿ ਸਾਡੇ ਕੋਲ ਬਚੇ ਖੁਚੇ ਵਿਦਿਆਰਥੀ ਹੀ ਆਉਣ ਲੱਗ ਪਏ, ਜਿਨ੍ਹਾਂ ਨੂੰ ਦਾਖਲਾ ਬਾਕੀ ਕਾਲਜਾਂ ਵਿੱਚ ਨਾ ਮਿਲਦਾ, ਉਹ ਫਿਰ ਖਾਲਸਾ ਕਾਲਜ ਵਿੱਚ ਆ ਕੇ ਦਾਖਲਾ ਲੈ ਲੈਂਦੇ। ਇਹੋ ਹੀ ਹਾਲ ਅੱਜ ਸਾਡੀਆਂ ਸੰਸਥਾਵਾਂ ਦਾ ਹੋਇਆ, ਜੋ ਸਿੱਖ ਕੌਂਦੀਆਂ ਸੰਸਥਾਵਾਂ ਹਨ। ਰਾਜਨੀਤੀ ਦਖਲਅੰਦਾਜ਼ੀ ਕਰਕੇ, ਕਮੇਟੀਆਂ ਦੀ ਦਖਲਅੰਦਾਜ਼ੀ ਕਰਕੇ ਅੱਜ ਉਹ ਸੰਸਥਾਵਾਂ ਆਪਣੇ ਉਸ ਮਕਸਦ ਵਿੱਚ ਪੂਰੀਆਂ ਨਹੀਂ ਹੋ ਸਕੀਆਂ, ਜਿਹੜੇ ਮਕਸਦ ਲਈ ਅਸੀਂ ਇਹ ਸੰਸਥਾਵਾਂ ਨੂੰ ਬਣਾਇਆ ਸੀ ਜਾਂ ਖੋਲ੍ਹਿਆ ਸੀ।
ਤੋ ਇਹ ਖਾਲਸਾ ਕਾਲਜ ਇੱਕ ਐਸਾ ਇਤਿਹਾਸਕ ਇਹ ਕਾਲਜ ਹੈ ਜਿਹਦੇ ਵਿੱਚ ਬੜੀ ਮਿਹਨਤੀ ਅਣਥੱਕ ਯਤਨ ਤੇ ਉਹਨਾਂ ਆਰਥਿਕ ਤੌਰ ਤੇ ਕਮਜ਼ੋਰ ਵਿਅਕਤੀਆਂ ਦੇ ਮਿਹਨਤ ਦੇ ਵਿੱਚੋਂ ਨਿਕਲ ਕੇ ਸਾਡੇ ਸਾਹਮਣੇ ਆਇਆ, ਜਿਨ੍ਹਾਂ ਨੇ ਆਪਣੀ ਜ਼ਿੰਦਗੀਆਂ ਲਾ ਦਿੱਤੀਆਂ, ਜੀਵਨ ਲਾ ਦਿੱਤਾ ਇਸ ਵਿਦਿਅਕ ਲਹਿਰ ਦੇ ਲਈ, ਜਨਮ ਦੇਣ ਦੇ ਲਈ। ਇਹਨਾਂ ਵਿੱਚ ਗਿਆਨੀ ਗੁਰਮੁਖ ਸਿੰਘ ਜੀ ਸਭ ਤੋਂ ਵੱਡੇ ਮੋਹਰੀ ਸਨ, ਜਿਨ੍ਹਾਂ ਨੇ ਇਹ ਹਿੱਸਾ ਪਾ ਕੇ ਭਾਈ ਜਵਾਹਰ ਸਿੰਘ ਦੇ ਨਾਲ ਵੱਡੀ ਕੁਰਬਾਨੀ ਕਰਕੇ ਲਗਭਗ 13-14 ਸਾਲ ਮਿਹਨਤ ਕਰਕੇ ਇਸ ਵਿਦਿਅਕ ਸੰਸਥਾ ਨੂੰ ਸਾਡੀ ਕੌਮ ਦੀ ਝੋਲੀ ਵਿੱਚ ਪਾਇਆ। ਯਤਨ ਕਰੀਏ ਇਹਨਾਂ ਵਿਦਿਅਕ ਸੰਸਥਾਵਾਂ ਨੂੰ ਸਾਂਭਣ ਦਾ। ਇਹਨਾਂ ਵਿੱਚ ਜਿੱਥੇ ਅਕੈਡਮਿਕ ਕੁਆਲੀਫਿਕੇਸ਼ਨ ਹੈ, ਉੱਥੇ ਮਨੁੱਖੀ ਘਾਟ ਘੜਨ ਦੇ ਵੀ ਸਾਨੂੰ ਯਤਨ ਕਰਨੇ ਚਾਹੀਦੇ ਹਨ, ਤਦ ਕਿ ਸਾਡਾ ਮਕਸਦ ਕੇਵਲ ਅਕੈਡਮਿਕ ਕੁਆਲੀਫਿਕੇਸ਼ਨ ਨਹੀਂ, ਇਨਸਾਨੀਅਤ ਵੀ ਉਹਦੇ ਵਿੱਚ ਘੜੀਏ। ਇਹ ਇਨਸਾਨੀਅਤ ਘੜਨ ਦਾ ਜਿਹੜਾ ਕੰਮ ਹੈ, ਇਹ ਸਾਡੀਆਂ ਇਹ ਸੰਸਥਾਵਾਂ ਨਿਭਾ ਸਕਦੀਆਂ ਹਨ। ਇਸੇ ਵਾਸਤੇ ਹੀ ਖਾਲਸਾ ਸਕੂਲ, ਖਾਲਸਾ ਕਾਲਜ ਅਸੀਂ ਖੋਲ੍ਹੇ, ਬਣਾਏ, ਤਦ ਕਿ ਅਸੀਂ ਇਹਦੇ ਵਿੱਚੋਂ ਵਿੱਦਿਆ ਦੇ ਨਾਲ ਨਾਲ ਮਨੁੱਖ ਵੀ ਘੜ ਸਕੀਏ। ਇਹ ਮਨੁੱਖ ਘੜਨ ਦੇ ਸਾਡੇ ਸਰੋਤ ਹਨ, ਜਿਨ੍ਹਾਂ ਵਿੱਚੋਂ ਅਸੀਂ ਸਿੱਖੀ ਦੀ ਆਉਣ ਵਾਲੀ ਭਵਿੱਖ ਨੂੰ ਉਜਲ ਕਰ ਸਕਦੇ ਹਾਂ। ਤਾਂ ਮੈਂ ਬੇਨਤੀ ਇਹੋ ਹੀ ਕਰਦਾ ਹਾਂ ਕਿ ਇਹਨਾਂ ਸੰਸਥਾਵਾਂ ਨੂੰ ਅਸੀਂ ਮੁੜ ਉਹਨਾਂ ਪੈਰਾਂ 'ਤੇ ਲੈ ਕੇ ਜਾਈਏ, ਜਿਹੜੇ ਪੈਰਾਂ 'ਤੇ ਭਾਈ ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ, ਭਾਈ ਦਿੱਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇਹਨੂੰ ਖੜਾ ਕੀਤਾ ਸੀ, ਤਦ ਕਿ ਸਾਡਾ ਵੀ ਭਵਿੱਖ ਜਿਹੜਾ ਉਜਲਾ ਹੋ ਸਕੇ। ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗ ਰਿਹਾ ਹਾਂ ਜੀ। ਪਿਆਰ ਸਹਿਤ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।